ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ 8ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦਾ ਪ੍ਰਕਾਸ਼ ਦਿਵਸ ਹੈ। ਉਹਨਾਂ ਦੇ ਜੀਵਨ ਬਾਰੇ ਆਪਾਂ ਨੇ ਵਿਚਾਰ ਕਰਨੀ ਹੈ। ਕੁਝ ਮਿੰਟ ਆਪਾਂ ਨੇ 5 ਮਿੰਟ ਪਹਿਲਾਂ ਸਿਮਰਨ ਕਰਨਾ ਹੈ, ਫਿਰ ਕਥਾ ਵਾਰਤਾ ਕਰਾਂਗੇ। ਸਾਰੇ ਸਾਵਧਾਨ ਹੋ ਜਾਓ, ਹੱਥ ਜੋੜ ਲਓ, ਚੌਂਕੜੀਆਂ ਮਾਰ ਲਓ ਜਿਨ੍ਹਾਂ ਦੇ ਵੱਜ ਸਕਦੀਆਂ ਨੇ, ਅੱਖਾਂ ਬੰਦ ਕਰ ਲਓ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਕਈ ਬੋਲ ਨਹੀਂ ਰਹੇ, ਸਾਰੇ ਬੋਲੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਤਿਕਾਰਯੋਗ ਸਾਧ ਸੰਗਤ ਜੀ, 6ਵੇਂ ਪਾਤਸ਼ਾਹ ਨੇ ਆਪਣੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਹੁਕਮ ਕੀਤਾ ਕਿ ਤੁਸੀਂ ਕੀਰਤਪੁਰ ਸਾਹਿਬ ਨਗਰ ਵਸਾਓ। ਕੀਰਤਪੁਰ ਸਾਹਿਬ ਨਗਰ ਵਸ ਗਿਆ। 6ਵੇਂ ਪਾਤਸ਼ਾਹ ਪਰਿਵਾਰ ਸਮੇਤ 1636 ਈਸਵੀ ਨੂੰ ਕੀਰਤਪੁਰ ਸਾਹਿਬ ਆ ਗਏ। ਇੱਥੇ 6ਵੇਂ ਪਾਤਸ਼ਾਹ ਰਹੇ, ਇੱਥੇ 7ਵੇਂ ਪਾਤਸ਼ਾਹ ਰਹੇ। 7ਵੇਂ ਪਾਤਸ਼ਾਹ ਦੇ ਘਰ ਹੀ 8ਵੇਂ ਪਾਤਸ਼ਾਹ ਦਾ ਪ੍ਰਕਾਸ਼ ਹੋਇਆ। 9ਵੇਂ ਪਾਤਸ਼ਾਹ ਵੀ ਕੁਝ ਸਮਾਂ ਇੱਥੇ ਹੀ ਰਹੇ। ਸੋ 4 ਗੁਰੂਆਂ ਨੇ ਇਸ ਧਰਤੀ ਨੂੰ ਭਾਗ ਲਾਇਆ ਹੈ। ਸੋ 8 ਸਾਵਣ, ਅੱਜ ਸਾਉਣ ਦੀ 8ਵੀਂ ਹੈ। 8 ਸਾਵਣ 1656 ਈਸਵੀ ਨੂੰ 7ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿ ਜੀ ਮਹਾਰਾਜ ਦੇ ਘਰ 8ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ ਹੈ। ਉਸ ਤੋਂ ਪਹਿਲਾਂ 7ਵੇਂ ਪਾਤਸ਼ਾਹ ਦਾ ਜਿਹੜਾ ਵੱਡਾ ਸਪੁੱਤਰ ਸੀ ਉਹ ਰਾਮ ਰਾਏ ਸੀ। ਦੂਸਰੇ ਸਪੁੱਤਰ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਸਨ। ਆਪ ਜੀ ਜਨਮ ਤੋਂ ਹੀ ਬ੍ਰਹਮ ਗਿਆਨੀ ਸਨ। ਇਸ ਕਰਕੇ ਛੋਟੀ ਉਮਰ ਤੋਂ ਹੀ ਭਜਨ ਬੰਦਗੀ ਕਰਨ ਲੱਗ ਪਏ। ਇੱਕ ਵਾਰੀ ਆਪ ਜੀ ਭਾਵ 8ਵੇਂ ਪਾਤਸ਼ਾਹ
ਆਪਣੇ ਪਿਤਾ ਭਾਵ ਸਤਵੇਂ ਪਾਤਸ਼ਾਹ ਦੇ ਨਾਲ ਸੈਰ ਕਰਨ ਜਾ ਰਹੇ ਨੇ। ਸਤਵੇਂ ਪਾਤਸ਼ਾਹ ਅੱਗੇ ਅੱਗੇ ਜਾ ਰਹੇ ਨੇ, ਅੱਠਵੇਂ ਪਾਤਸ਼ਾਹ ਪਿੱਛੇ ਪਿੱਛੇ ਜਾ ਰਹੇ ਨੇ। ਉਦੋਂ ਤਕਰੀਬਨ ਇਹ ਜਦੋਂ ਘਟਨਾ ਵਾਪਰੀ ਹੈ, ਅੱਜ ਦੀ ਉਮਰ ਕੋਈ 4.5 ਪੌਣੇ 5 ਸਾਲ ਸੀ। ਰਸਤੇ 'ਚ ਇੱਕ ਜ਼ਖਮੀ ਸੱਪ ਵਿਖਾਈ ਦਿੱਤਾ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਨੂੰ। ਉਹ ਖਲੋ ਗਏ ਕਿ ਇਸ ਸੱਪ ਨੂੰ ਕੀੜੀਆਂ ਖਾ ਰਹੀਆਂ ਹਨ, ਵੀ ਇੱਕ ਤਾਂ ਵਿਚਾਰਾ ਇਹ ਜ਼ਖਮੀ ਹੈ, ਦੂਜਾ ਇਹਨੂੰ ਕੀੜੀਆਂ ਖਾ ਰਹੀਆਂ ਹਨ। ਆਪ ਜੀ ਵੇਖਣ ਲੱਗ ਪਏ। ਸਤਵੇਂ ਪਾਤਸ਼ਾਹ ਮੁੜ ਕੇ ਆਏ, ਕਹਿੰਦੇ ਕਾਕਾ ਕੀ ਵੇਖ ਰਹੇ? ਕਹਿੰਦੇ ਦੇਖੋ ਜੀ, ਇੱਕ ਤਾਂ ਸੱਪ ਜ਼ਖਮੀ ਹੈ, ਦੂਜਾ ਇਹਨੂੰ ਕੀੜੀਆਂ ਖਾ ਰਹੀਆਂ ਹਨ। ਗੁਰੂ ਮਹਾਰਾਜ ਨੇ ਉਸ ਦਾ ਪਿਛਲਾ ਜੀਵਨ ਵੇਖਿਆ। ਕਹਿੰਦੇ ਕਾਕਾ, ਪਿਛਲੇ ਜਨਮ ਦੇ ਵਿੱਚ ਪਖੰਡੀ ਗੁਰੂ ਸੀ, ਗੁਰੂ ਵਾਲੇ ਗੁਣ ਇਸ ਵਿੱਚ ਨਹੀਂ ਸਨ, ਪਰ ਇਸ ਦਾ ਪਹਿਰਾਵਾ ਅਤੇ ਗੱਲਬਾਤ ਗੁਰੂਆਂ ਵਾਲੀ ਹੋਣ ਕਰਕੇ ਇਹ ਪਖੰਡ ਕਰਦਾ ਸੀ। ਇਸ ਦੇ ਪਖੰਡ 'ਚ ਬਹੁਤ ਸਾਰੇ ਆ ਕੇ ਦੇ ਚੇਲੇ ਬਾਲਕੇ ਬਣ ਗਏ। ਇਹ ਉਹ ਚੇਲੇ ਬਾਲਕਿਆਂ ਦੇ ਸਿਰ 'ਤੇ ਐਸ਼ ਕਰਦਾ ਸੀ, ਕਿਉਂਕਿ ਇਹ ਪਖੰਡੇ ਸੀ, ਇਸ ਲਈ ਇਹਨੂੰ ਇਸ ਸੱਪ ਦਾ ਜੀਵਨ ਮਿਲਿਆ ਹੈ। ਇਹ ਜਿਹੜੀਆਂ ਕੀੜੀਆਂ ਨੇ ਪਿਛਲੇ ਜਨਮ 'ਚ ਇਹਦੇ ਸ਼ਰਧਾਲੂ ਸਨ, ਉਹੀ ਕੀੜੀਆਂ ਹੁਣ ਇਸ ਨੂੰ ਖਾ ਰਹੀਆਂ ਹਨ। ਕਾਕਾ, ਹਿਸਾਬ ਕਿਤਾਬ ਹੋ ਰਿਹਾ ਹੈ। ਇਸ ਲਈ ਧਾਰਮਿਕ ਬੰਦੇ ਨੂੰ ਪਖੰਡ ਨਹੀਂ ਕਰਨਾ ਚਾਹੀਦਾ, ਅੰਦਰੋਂ ਬਾਹਰੋਂ ਸਹੀ ਹੋਣਾ ਚਾਹੀਦਾ ਹੈ। ਪਖੰਡ ਕਿਹਨੂੰ ਕਹਿੰਦੇ ਨੇ? ਬਾਹਰੋਂ ਤੇ ਸੰਤ ਲੱਗੇ ਤੇ ਅੰਦਰੋਂ ਅਸੰਤ ਹੋਵੇ, ਇਹ ਪਖੰਡ ਹੈ। ਬਾਹਰੋਂ ਲੰਗੜਾ ਲੱਗੇ ਪਰ ਲੰਗੜਾ ਹੈ ਨਹੀਂ। ਬਹੁਤ ਸਾਰੇ ਲੋਕ ਨੇ ਲੰਗੜੇ ਨਹੀਂ, ਪਰ ਲੰਗੜੇ ਦੀ ਤਰ੍ਹਾਂ ਤੁਰਦੇ ਹਨ ਤਾਂ ਕਿ ਉਹਨਾਂ ਨੂੰ ਖਾਣ ਪੀਣ ਨੂੰ ਮਿਲਦਾ ਰਹੇ। ਬਹੁਤੇ ਲੋਕ ਅੰਨੇ ਨਹੀਂ ਹੁੰਦੇ, ਅੰਨੇ ਬਣੇ ਹੋਏ ਹਨ। ਇੱਕ ਬੰਦਾ ਮੇਰੇ ਕੋਲ ਆਇਆ, ਨਾਲ ਬੱਚੇ ਨੂੰ ਲਿਆ, ਉਹਦੇ ਮੋਢੇ 'ਤੇ ਹੱਥ ਰੱਖਿਆ ਹੋਇਆ ਹੈ। ਅੰਦਰ ਆਇਆ, ਮੈਂ ਬੈੱਡ 'ਤੇ ਲੇਟਿਆ ਹੋਇਆ, ਉਹਨੇ ਮੇਰੇ ਆ ਕੇ ਚਰਨਾਂ ਨੂੰ ਛੋਇਆ। ਮੈਂ ਉਹ ਜੀ ਕਿਵੇਂ ਆਏ ਹੋ? ਕਹਿੰਦੇ ਜੀ ਮੈਨੂੰ ਦਿਸਦਾ ਨਹੀਂ ਹੈ, ਕਿਰਪਾ ਕਰਕੇ ਮੇਰੀ ਮਦਦ ਕਰੋ। ਮੈਂ ਤੈਨੂੰ ਮੇਰੇ ਪੈਰ ਕਿਵੇਂ ਦਿਸ ਗਏ ਬਈ? ਜੇ ਤੂੰ ਅੰਨ੍ਹਾ ਤੇ ਤੈਨੂੰ ਮੇਰੇ ਪੈਰ ਕਿਵੇਂ ਦਿਸ ਗਏ? ਚਲੋ, ਮੈਂ ਜਿਨ੍ਹਾਂ ਬੱਚਿਆਂ ਨੂੰ ਪੜ੍ਹਾਉਣਾ ਹੈ ਅਤੇ ਮੈਂ ਕੰਮ ਨਹੀਂ ਕੋਈ ਕਰ ਸਕਦਾ ਹੈਗਾ। ਮੈਂ 500 ਰੁਪਇਆ ਅੱਗੇ ਨੂੰ ਕੀਤਾ, ਉਹਨੇ ਫਟ ਹੱਥ ਨਾਲ ਫੜ ਲਿਆ। ਮੈਂ ਇਹ ਅੰਨੇ ਨਹੀਂ ਹੈਗੇ। ਬਹੁਤ ਸਾਰੇ ਲੋਕ ਅੰਨੇ ਬਣੇ ਹੋਏ ਹਨ, ਕੋੜੀ ਨਹੀਂ ਹੈਗੇ, ਰੰਗ ਲਾ ਰੱਖਿਆ ਲੱਤਾਂ ਦੇ, ਵਿਆਹ ਜਿਵੇਂ ਕੋੜ ਹੋਇਆ ਹੁੰਦਾ ਹੈ। ਇਹ ਪਖੰਡ ਹੈ। ਨਾ ਗਿਆਨ ਹੋਣ ਕਰਕੇ ਇਹਨਾਂ ਨੂੰ ਫਿਰ ਇਹ ਸਜ਼ਾ ਤਾਂ ਮਿਲਣੀ ਹੀ ਮਿਲਣੀ ਹੈ ਕਿ ਤੁਸੀਂ ਪਖੰਡ ਕਰਕੇ ਲੋਕਾਂ ਤੋਂ ਖਾਂਦੇ ਪੀਂਦੇ ਰਹੇ ਹੋ। ਕਹਿੰਦੇ ਇਸ ਲਈ ਸਤਮ ਪਾਤਸ਼ਾਹ ਕਹਿੰਦੇ ਕਾਕਾ, ਇਹ ਪਖੰਡੀ ਗੁਰੂ ਸੀ, ਇਹਦੇ ਚੇਲੇ ਬਣੇ ਬਾਲ ਕੇ ਬਣ ਗਏ, ਉਹਨਾਂ ਦੇ ਸਿਰ 'ਤੇ ਐਸ਼ ਕਰਦਾ ਰਿਹਾ ਹੈ। ਕਿਉਂਕਿ ਨਾਮ ਤਾਂ ਜਪਿਆ ਨਹੀਂ ਸੀ, ਇਸ ਲਈ ਸੱਪ ਦੀ ਜੂਨੀ ਪੈ ਗਿਆ ਹੈ। ਅਤੇ ਇਹ ਜਿਹੜੀ ਕੀੜੀਆਂ ਨੇ, ਇਹਦੇ ਹੀ ਪਿਛਲੇ ਜਨਮ ਦੇ ਸ਼ਰਧਾਲੂ ਹਨ। ਇੱਕ ਵਾਰੀ ਰਾਮ ਰਾਏ ਜੀ ਸਤਵੇਂ ਪਾਤਸ਼ਾਹ ਦੇ ਵੱਡੇ ਸਾਹਿਬਜ਼ਾਦੇ ਅਤੇ ਸ਼੍ਰੀ ਹਰਿਕ੍ਰਿਸ਼ਨ ਜੀ ਛੋਟੇ ਸਾਹਿਬਜ਼ਾਦੇ ਆਪਣੀਆਂ ਆਪਣੀਆਂ ਮੰਜੀਆਂ 'ਤੇ ਬੈਠੇ ਨੇ। ਜਿਹੜੇ ਬੱਚਿਆਂ ਲਈ ਮੰਜੀਆਂ ਹੁੰਦੀਆਂ ਨੇ, ਉਹ ਥੋੜ੍ਹੇ ਮਧਰੇ ਕੱਦ ਦੀਆਂ ਹੁੰਦੀਆਂ, ਤਾਂ ਜੋ ਬੱਚਾ ਆਸਾਨੀ ਨਾਲ ਉਸ 'ਤੇ ਚੜ੍ਹ ਸਕੇ, ਉਤਰ ਸਕੇ। ਬੈਠੇ ਹੈ, ਦੋਨਾਂ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਹਨ, ਵੀ ਭਜਨ ਬੰਦਗੀ ਕਰ ਰਹੇ ਹਨ। ਸੰਗਤ ਆਈ ਹੈ। ਇੱਕ ਗੁਰਮੁਖ ਪਿਆਰਾ ਪੁੱਛਦਾ,
ਵੀ ਮਹਾਰਾਜ ਜੀ ਇਹ ਤੁਹਾਡੇ ਦੋਨਾਂ ਬੱਚਿਆਂ 'ਚੋਂ ਆਤਮਿਕ ਅਵਸਥਾ ਕਿਸ ਦੀ ਉੱਚੀ ਹੈ। ਗੁਰੂ ਮਹਾਰਾਜ ਨੇ ਉਹਨੂੰ ਇੱਕ ਸੂਈ ਦਿੱਤੀ, ਕਹਿੰਦੇ ਵਾਰੀ ਵਾਰੀ ਇਹਨਾਂ ਦੀ ਪਿੱਠ 'ਤੇ ਚੋਭ, ਜਿਹੜਾ ਸੀ ਕਰੇਗਾ ਉਹਦੀ ਅਵਸਥਾ ਨੀਵੀਂ ਹੈ, ਜਿਹੜਾ ਸੀ ਨਹੀਂ ਕਰੇਗਾ ਉਹਦੀ ਅਵਸਥਾ ਉੱਚੀ ਹੈ। ਉਹਨੇ ਜਾ ਕੇ ਪਹਿਲਾਂ ਰਾਮ ਰਾਏ ਦੀ ਪਿੱਠ 'ਚ ਸੂਈ ਖੱਬੀ, ਉਹਨੇ ਸੀ ਕੀਤੀ। ਫਿਰ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਸੂਈ ਚੋਭੀ, ਉਹਨਾਂ ਨੇ ਕੋਈ ਸੀ ਨਹੀਂ ਕੀਤੀ। ਕਹਿੰਦੇ ਭਾਈ ਜਿਹੜਾ ਸਾਡਾ ਛੋਟਾ ਸਾਹਿਬਜ਼ਾਦਾ ਹੈ ਇਸ ਦੀ ਅਵਸਥਾ ਉੱਚੀ ਹੈ। ਕਹਿ ਜੀ ਇਹਨੇ ਸੀ ਕਿਉਂ ਨਹੀਂ ਕੀਤੀ। ਕਹਿੰਦੇ ਦੇਖੋ ਭਜਨ ਬੰਦਗੀ ਕਰਦਿਆਂ ਕਰਦਿਆਂ ਇੱਕ ਐਸੀ ਅਵਸਥਾ ਹੁੰਦੀ ਹੈ ਕਿ ਜਿੱਥੇ ਸਾਡਾ ਸਰੀਰ ਅਤੇ ਸੂਖਸ਼ਮ ਸਰੀਰ ਅੱਡ ਅੱਡ ਹੋ ਜਾਂਦੇ ਨੇ। ਜਿੰਨਾ ਵੀ ਦੁੱਖ ਦਰਦ ਹੁੰਦਾ ਹੈ ਉਹ ਅੰਦਰ ਸੂਖਸ਼ਮ ਸਰੀਰ ਨੂੰ ਹੁੰਦਾ ਹੈ। ਆ ਜਿਹੜਾ ਬਾਹਰਲਾ ਸਰੀਰ ਹੈ ਇਸ ਨੂੰ ਕੋਈ ਦੁੱਖ ਦਰਦ ਨਹੀਂ ਹੁੰਦਾ ਹੈ। ਜਿੰਨਾ ਚਿਰ ਸੂਖਸ਼ਮ ਸਰੀਰ ਅਤੇ ਸਥੂਲ ਸਰੀਰ ਆਪਸ ਵਿੱਚ ਜੁੜੇ ਹੋਏ ਹਨ ਉਹਨਾਂ ਚਿਰ ਸਰੀਰ ਨੂੰ ਸੂਈ ਚੱਬੋ, ਅੰਦਰ ਜੋ ਸੂਖਸ਼ਮ ਸਰੀਰ ਹੈ ਉਹਨੂੰ ਵੀ ਦਰਦ ਹੋਵੇਗਾ। ਕਿਸੇ ਨੇ ਆ ਕੇ ਅਚਾਨਕ ਕੋਈ ਦੁਰਘਟਨਾ ਵਾਲੀ ਖਬਰ ਸੁਣਾ ਦਿੱਤੀ ਹੈ, ਤੁਹਾਡਾ ਮਨ ਉਦਾਸ ਹੋ ਜਾਏਗਾ। ਉਹ ਮਨ ਦਾ ਅਸਰ ਤੁਹਾਡੇ ਸਰੀਰ 'ਤੇ ਵੀ ਹੋ ਗਿਆ, ਤੁਹਾਡਾ ਸਰੀਰ ਵੀ ਨਿਰਾਲ ਹੋ ਜਾਏਗਾ। ਕਹਿੰਦੇ ਜਦੋਂ ਇਹ ਦੋਨੋਂ ਸਰੀਰ ਅੰਦਰ ਹੀ ਅੰਦਰ ਅਲੱਗ ਹੋ ਜਾਂਦੇ ਹਨ, ਵੱਡੇ ਦਾ ਅਜੇ ਅਲੱਗ ਨਹੀਂ ਹੋਇਆ, ਉਹਦਾ ਸਥੂਲ ਸਰੀਰ ਅਤੇ ਸੂਖਸ਼ਮ ਸਰੀਰ ਅਜੇ ਜੁੜਿਆ ਹੋਇਆ ਹੈ। ਇਸ ਲਈ ਤੁਸੀਂ ਸੂਈ ਉਹਦੇ ਪਿੱਠ 'ਚ ਚੋਭੀ, ਕਿਉਂਕਿ ਸੂਖਸ਼ਮ ਸਰੀਰ ਨਾਲ ਜੁੜਿਆ ਹੋਣ ਕਰਕੇ ਇਹ ਦਰਦ ਸੂਖਸ਼ਮ ਸਰੀਰ ਨੂੰ ਹੋਇਆ ਅਤੇ ਉਹ ਨਸੀ ਕੀਤੀ। ਛੋਟੇ ਸਾਹਿਬਜ਼ਾਦਾ ਸਥੂਲ ਅਤੇ ਸੂਖਸ਼ਮ ਸਰੀਰ ਅੱਡ ਅੱਡ ਹੋ ਚੁੱਕੇ ਹਨ, ਇਸ ਕਰਕੇ ਇਹਨੂੰ ਦਰਦ ਨਹੀਂ ਹੋਇਆ ਹੈ। ਇੱਕ ਉਦਾਹਰਣ ਵੀ ਮੈਂ ਸਮਝਾਂਗਾ। ਸੰਤ ਨਿਰੰਜਨ ਸਿੰਘ ਜੀ ਮਹਾਰਾਜ ਪਟਿਆਲੇ ਦੇ ਸਨ। ਕਈਆਂ ਨੇ ਉਹਨੇ ਦਰਸ਼ਨ ਕੀਤੇ, ਸੰਗਤ ਕੀਤੀ ਹੋਣੀ ਹੈ। ਉਹਨਾਂ ਦੀ ਇੱਕ ਵਾਰੀ ਲੱਤ 'ਤੇ ਸੱਟ ਵੱਜੀ ਅਤੇ ਆਪਰੇਸ਼ਨ ਕਰਾਉਣਾ ਸੀ ਦਿੱਲੀ। ਉਹਨਾਂ ਦਾ ਸ਼ਰਧਾਲੂ ਆਪਣਾ ਇੱਕ ਸਤਸੰਗੀ ਸਰਦਾਰ ਆਜ਼ਾਦ ਸਿੰਘ, ਉਹਨਾਂ ਦੇ ਸ਼ਰਧਾਲੂ ਸਨ ਬਹੁਤ ਸਾਲ। ਸੰਤ ਨਿਰੰਜਨ ਸਿੰਘ ਜੀ ਦਿੱਲੀ ਚਲੇ ਗਏ ਆਪਰੇਸ਼ਨ ਕਰਾਉਣ ਲਈ। ਡਾਕਟਰ ਕਹਿੰਦੇ ਜੀ ਆਪਰੇਸ਼ਨ ਲੰਮਾ ਹੋਏਗਾ, 3-4 ਘੰਟੇ ਲੱਗਣਗੇ, ਅਸੀਂ ਤੁਹਾਨੂੰ ਨਾ ਬੇਹੋਸ਼ ਕਰਨਾ ਹੈ, ਦਵਾਈਆਂ ਦੀ ਸੰਘਾਉਣ ਵਾਲੀਆਂ। ਉਹ ਕਹਿੰਦੇ ਵੀ ਸਾਨੂੰ ਬੇਹੋਸ਼ ਕਰਨ ਦੀ ਲੋੜ ਹੀ, ਇਸੇ ਤਰ੍ਹਾਂ ਆਪਰੇਸ਼ਨ ਕਰ ਦਿਓ। ਡਾਕਟਰ ਕਹਿੰਦੇ ਨਹੀਂ ਮਹਾਰਾਜ ਜੀ ਵੀ ਦਰਦ ਬਹੁਤ ਹੋਵੇਗਾ ਅਤੇ ਚੀਰ ਫਾੜ ਕਰਨੀ। ਕਹਿੰਦੇ ਤੁਸੀਂ ਇਸ ਗੱਲ ਦੀ ਪਰਵਾਹ ਨਾ ਕਰੋ, ਜਦੋਂ ਤੁਹਾਡੀ ਸਾਰੀ ਤਿਆਰੀ ਹੋ ਗਈ ਸਾਨੂੰ ਇਸ਼ਾਰਾ ਕਰਦੇ ਰਹੇ ਵੀ ਅਸੀਂ ਹੁਣ ਆਪਰੇਸ਼ਨ ਕਰਨ ਲੱਗੇ ਹਾਂ। ਨਾਲ ਉਹਨਾਂ ਆਪਣਾ ਸੇਵਕ ਰੱਖਿਆ ਸੀ। ਸੇਵਕ ਨੂੰ ਪਤਾ ਸੀ ਕਿ ਜਦੋਂ ਇਹਨਾਂ ਨੇ ਆਪਣੇ ਸਵਾਸ ਦਸਮ ਦੁਆਰ ਚੜ੍ਹਾ ਲੈਣਾ ਬਸ ਉਦੋਂ ਠੀਕ ਹੈ। ਮਹਾਂਪੁਰਖਾਂ ਨੇ ਆਪਣੇ ਸਵਾਸ ਦਸਮ ਦੁਆਰ ਚੜ੍ਹਾ ਲਏ। ਉਹਨਾਂ ਸੇਵਕ ਨੇ ਇਸ਼ਾਰਾ ਕਰਤਾ ਵੀ ਆਪਰੇਸ਼ਨ ਸ਼ੁਰੂ ਕਰ ਦਿਓ। 4 ਘੰਟੇ ਆਪਰੇਸ਼ਨ ਚੱਲਿਆ ਹੈ। ਜਦੋਂ ਡਾਕਟਰ ਨੇ ਸਾਰੀ ਪੱਟੀ ਪੁੱਟੀ ਕਰ ਲਈ, ਸੇਵਕ ਨੂੰ ਕਹਿੰਦੇ ਵੀ ਸਾਡਾ ਕੰਮ ਮੁੱਕ ਗਿਆ ਹੈ, ਅਤੇ ਸੇਵਕ ਨੇ ਉਹਨਾਂ ਦੇ ਸਿਰ ਨੂੰ ਝੱਸਿਆ ਅਤੇ ਉਹਨਾਂ ਦੀ ਸੁਰਤ ਹੇਠਾਂ ਆ ਗਈ। ਜਦੋਂ ਸੁਰਤ ਹੇਠਾਂ ਆਈ ਡਾਕਟਰਾਂ ਨੇ ਮੱਥਾ ਟੇਕਿਆ, ਕਹਿੰਦੇ ਸਾਡੀ ਜ਼ਿੰਦਗੀ ਪਹਿਲਾਂ ਤੁਸੀਂ ਇਨਸਾਨ ਆਏ ਹੋ ਜਿਸ ਨੇ ਬਿਨਾਂ ਬੇਹੋਸ਼ ਹੋਏ ਵੀ ਟੀਕਾ ਲਵਾਏ ਬਿਨਾਂ ਵੀ ਕਰਾਇਆ ਹੈ। ਇਹ ਜਿਹੜਾ ਸਵਾਸ ਹੈ, ਜਿਹੜਾ ਸਾਡੀ ਸੋਚ ਹੈ, ਉਹਨੂੰ ਦਸਮ ਦੁਆਰ ਚੜ੍ਹਾਇਆ ਜਾ ਸਕਦਾ ਹੈ, ਫਿਰ ਇਹ ਸਰੀਰ ਡੈਡ ਬੋਡੀ ਦੀ ਤਰ੍ਹਾਂ ਹੋ ਜਾਂਦਾ ਹੈ। ਸੋ ਇਸ ਲਈ ਜਿਹੜਾ ਬ੍ਰਹਮ ਗਿਆਨੀ ਹੁੰਦਾ ਹੈ, ਇੱਕ ਐਸੀ ਅਵਸਥਾ ਵੀ ਹੁੰਦੀ ਸਿਮਰਨ ਦੀ ਕਿ ਤੁਸੀਂ ਆਪਣੇ ਸਰੀਰ ਵਿੱਚੋਂ ਬਾਹਰ ਨਿਕਲ ਸਕਦੇ ਹੋ। ਉਹ ਕੌਣ ਨਿਕਲੇਗਾ? ਜਿਹਦਾ ਸਥੂਲ ਸਰੀਰ ਅਤੇ ਸੂਖਸ਼ਮ ਸਰੀਰ ਅੰਦਰੋਂ ਅੱਡ ਅੱਡ ਹੋ ਚੁੱਕੇ ਹਨ, ਸਾਡੇ 'ਤੇ ਜੁੜੇ ਹੋਏ ਨੇ, ਅਸੀਂ ਵਿੱਚੋਂ ਨਹੀਂ ਨਿਕਲ ਸਕਦੇ।
ਜਦੋਂ ਸਾਡਾ ਸਰੀਰ ਤੇ ਸੂਖਸ਼ਮ ਸਰੀਰ ਅੱਡ ਅੱਡ ਹੋ ਜਾਣਗੇ, ਅਸੀਂ ਵਿੱਚੋਂ ਨਿਕਲ ਕੇ ਕਿਤੇ ਵੀ ਜਾ ਸਕਦੇ ਹਾਂ ਅਤੇ ਵਾਪਸ ਵੀ ਆ ਸਕਦੇ ਹਾਂ। ਜਿਹਨੂੰ ਮਰਜ਼ੀ ਆ ਜਾ ਕੇ ਮਿਲ ਆਓ, ਫਿਰ ਵਾਪਸ ਆ ਜਾਓ। ਸੂਖਸ਼ਮ ਸਰੀਰ ਵਿੱਚੋਂ ਨਿਕਲ ਸਕਦਾ ਹੈ। ਫਿਰ ਇੱਕ ਦਿਨ ਇਸ ਤਰ੍ਹਾਂ ਹੋਇਆ, ਦੋਨੋਂ ਸਾਹਿਬਜ਼ਾਦੇ ਫਿਰ ਅੱਖਾਂ ਬੰਦ ਕਰਕੇ ਆਪਣੀਆਂ ਆਪਣੀਆਂ ਮੰਜੀਆਂ 'ਤੇ ਬੈਠੇ ਹੋਏ ਭਗਤੀ ਕਰ ਰਹੇ ਹਨ। ਸੰਗਤ ਫਿਰ ਸਤਿਗੁਰੂ ਪਾਤਸ਼ਾਹ ਨੂੰ ਮਿਲਣ ਆਈ। ਇੱਕ ਪੁੱਛਦਾ, ਮਹਾਰਾਜ ਜੀ, ਇਹ ਦੋਨਾਂ 'ਚੋਂ ਤੁਹਾਨੂੰ ਪਿਆਰਾ ਕੌਣ ਹੈ? ਪਹਿਲਾ ਤਾਂ ਟੈਸਟ ਹੋਇਆ ਵੀ ਅਵਸਥਾ ਕਿਹਦੀ ਉੱਚੀ ਹੈ। ਕਹੇ ਤੁਹਾਨੂੰ ਪਿਆਰਾ ਕੌਣ ਹੈ ਦੋਨਾਂ 'ਚੋਂ? ਉਹਨਾਂ ਨੂੰ ਸੋਈ ਦਿੱਤੀ। ਕਹਿੰਦਾ ਇਹਨਾਂ ਦੇ ਮੰਜੇ ਦਾ ਪਾਵਾ ਜਿਹੜਾ ਨਾ, ਇੱਕ ਦੇ ਪਾ ਵਿੱਚ ਸੂਈ ਖੋਬ, ਫਿਰ ਦੂਜੇ ਦੇ ਮੰਜੇ ਦੇ ਪਾ ਵਿੱਚ ਸੂਈ ਖੋਬਣੀ। ਜਿਸ ਦੇ ਮੰਜੇ ਦੇ ਪਾ ਵਿੱਚ ਸੂਈ ਆਰਾਮ ਨਾਲ ਖੁੱਭ ਗਈ ਤੇ ਜਿਹਦੇ ਨਾ ਖੁੱਭੀ ਮੈਨੂੰ ਆ ਕੇ ਦੱਸੀ। ਉਹਨੇ ਉਸੇ ਤਰ੍ਹਾਂ ਭਾਵ ਵਿੱਚ ਸੂਈ ਖੋਭੀ। ਰਾਮ ਰਾਏ ਦੇ ਭਾਵ ਵਿੱਚ ਸੂਈ ਨਹੀਂ ਖੁੱਭੀ, ਕਿਉਂਕਿ ਪਾਵਾ ਸੁੱਕੀ ਲੱਕੜ ਦਾ ਹੁੰਦਾ ਨਾ, ਗਿੱਲੀ ਤਾਂ ਸੂਈ ਖੁੱਭ ਸਕਦੀ। ਪਰ ਸ਼੍ਰੀ ਹਰਿਕ੍ਰਿਸ਼ਨ ਜੀ ਮਹਾਰਾਜ ਦੇ ਮੰਜੇ ਦੇ ਪਾ ਵਿੱਚ ਸੂਈ ਖੁੱਭੀ, ਸੂਈ ਵਿੱਚ ਹੀ ਧਸ ਗਈ। ਆ ਕੇ ਕਹਿੰਦਾ, ਜੀ ਤੁਹਾਡੇ ਛੋਟੇ ਸਾਹਿਬਜ਼ਾਦੇ ਦੇ ਮੰਜੇ ਦੇ ਪਾ ਵਿੱਚ ਸੂਈ ਖੁੱਭੀ ਸੀ। ਕਹਿੰਦੇ ਬਸ ਇਹੀ ਸਾਨੂੰ ਸਭ ਤੋਂ ਵੱਧ ਪਿਆਰਾ ਹੈ। ਉਹ ਕਹਿੰਦਾ, ਜੀ ਇਹਨਾਂ ਦੇ ਮੰਜੇ ਦੇ ਪਾ ਵਿੱਚ ਸੂਈ ਖੁੱਭੀ, ਵੱਡਿਆਂ ਦੇ ਕਿਉਂ ਨਹੀਂ ਖੁੱਭੀ? ਮੈਂ ਦੇਖਿਆ ਧਿਆਨ ਨਾਲ ਵੀ ਮੰਜੇ ਤਾਂ ਦੋਨੋਂ ਹੀ ਸੁੱਕੀ ਲੱਕੜ ਦੇ ਬਣੇ ਹੋਏ ਹਨ। ਕਹਿੰਦੇ ਭਾਈ, ਜਿਹੜਾ ਬ੍ਰਹਮ ਗਿਆਨੀ ਹੁੰਦਾ ਨਾ, ਕੁਦਰਤ ਉਸ ਦੇ ਅਧੀਨ ਹੁੰਦੀ ਹੈ। ਇਸ ਲਈ ਕਿਉਂਕਿ ਉਹ ਇਸ ਮੰਜੇ 'ਤੇ ਬੈਠੇ, ਇਹ ਸਾਰੇ ਦਾ ਸਾਰਾ ਮੰਜਾ ਹੀ ਨਰਮ ਹੋ ਗਿਆ ਹੈ। ਜਿਹੜਾ ਬ੍ਰਹਮ ਗਿਆਨੀ ਹੁੰਦਾ, ਕੁਦਰਤ ਉਹਦੇ ਅਧੀਨ ਹੁੰਦੀ ਹੈ। ਬ੍ਰਹਮ ਗਿਆਨੀ ਕਹਦੇ ਇਹ ਦਰਿਆ ਰੁਕ ਜਾ, ਰੁਕ ਜਾਏਗਾ, ਰੁਕ ਜਾਏਗਾ। ਤੀਸਰੇ ਪਾਤਸ਼ਾਹ ਹਰਿਦੁਆਰ ਸਾਹਿਬ ਜਾ ਰਹੇ ਨੇ, ਰਾਜ ਗੰਗਾ ਦਰਿਆ ਆ ਗਿਆ, ਉਹਨੂੰ ਕ੍ਰੋਸ ਕਰਨਾ ਸੀ। ਕਹੇ ਜੀ 1-1 ਰੁਪਈਆ ਦਿਓ ਤਾਂ ਅਸੀਂ ਤੁਹਾਨੂੰ ਪੁਲ ਤੋਂ ਲੰਘਣ ਦੇਵਾਂਗੇ। ਤੀਸਰੇ ਪਾਤਸ਼ਾਹ ਕਹਿੰਦੇ ਤੁਸੀਂ ਵੈਸੇ ਹੀ ਟੋਟਲ 500 ਲੈ ਲਓ, ਸੰਗਤ ਨੂੰ ਲੰਘਣ ਦਿਓ। ਨਾ ਜੀ, ਅਸੀਂ ਤਾਂ 1-1 ਰੁਪਈਆ ਹਰ ਇੱਕ ਤੋਂ ਲਵਾਂਗੇ। ਗੁਰੂ ਮਹਾਰਾਜ ਨੇ ਬਾਬਾ ਬੁੱਢਾ ਜੀ ਨੂੰ ਆਪਣੀ ਸੋਟੀ ਦਿੱਤੀ। ਕਹਿੰਦੇ ਬਾਬਾ ਜੀ ਦਰਿਆ 'ਚ ਖਲੋ ਜਾਓ ਅਤੇ ਦਰਿਆ ਨੂੰ ਹੁਕਮ ਕਰ ਦਿਓ ਤੂੰ ਉਤਰ ਜਾ। ਜਦੋਂ ਗੋਡੇ ਗੋਡੇ ਪਾਣੀ ਹੋ ਗਿਆ, ਸੰਗਤ ਲੰਘ ਜਾਓ। ਅਤੇ ਉਹ ਝਾਕਦੀ ਰਹੇ। ਗੁਰਬਾਣੀ 'ਚ ਆਉਂਦਾ ਬਈ ਉਹ ਗੋਲਗਾ ਭੰਨ ਕੇ ਤੁਰ ਗਏ, ਪੈਸਾ ਹੀ ਕੋਈ ਨਹੀਂ ਪਿਆ। ਕਿਉਂਕਿ ਕੁਦਰਤ ਬ੍ਰਹਮ ਗਿਆਨੀ ਦੇ ਅਧੀਨ ਹੁੰਦੀ ਹੈ। ਇਸ ਲਈ ਕਹਿੰਦੇ ਜਿੱਥੇ ਬ੍ਰਹਮ ਗਿਆਨੀ ਬੈਠ ਜਾਏਗਾ, ਸਭ ਕੁਛ ਨਰਮ ਹੋ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਨੇ ਪੱਥਰ ਨੂੰ ਹੱਥ ਲਾਇਆ, ਪੱਥਰ ਨਰਮ ਹੋ ਗਿਆ, ਹੱਥ ਵਿੱਚ ਖੁੱਭ ਗਿਆ। ਇਸ ਕਰਕੇ ਕਹਿੰਦਾ ਇਹਦੇ ਮੰਜੇ ਦੇ ਪਾਵੇ ਨਰਮ ਹਨ। ਹਰ ਗੁਰੂ ਵੇਲੇ ਆਮ ਤੌਰ 'ਤੇ ਵਿਰੋਧੀਆਂ ਨੇ ਉਸ ਵੇਲੇ ਦੇ ਰਾਜੇ ਤੱਕ ਸ਼ਿਕਾਇਤਾਂ ਕੀਤੀਆਂ। ਮੈਂ ਦੇਖਿਆ ਜਦੋਂ ਕੋਈ ਚੜ੍ਹਾਈ ਕਰਦਾ ਹੈ, ਕਿਸੇ ਦੀ ਵਡਿਆਈ ਬਹੁਤ ਹੋਣ ਲੱਗ ਜਾਂਦੀ ਹੈ, ਜਾਂ ਬਹੁਤ ਕੋਈ ਅਮੀਰ ਹੋ ਜਾਂਦਾ, ਦੂਜਿਆਂ ਨੂੰ ਸਾੜਾ ਹੁੰਦਾ। ਖਾਸ ਕਰਕੇ ਜਿਹੜੇ ਨੇੜੇ ਨੇੜੇ ਲੋਕ ਰਹਿੰਦੇ ਨੇ ਉਹਨਾਂ ਨੂੰ, ਦੂਰ ਵਾਲਿਆਂ ਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ। ਸਾੜਾ ਹੁੰਦਾ ਅਤੇ ਫਿਰ ਉਹ ਚਾਹੁੰਦੇ ਨੇ ਕਿ ਦੂਜੇ ਦਾ ਨੁਕਸਾਨ ਕੀਤਾ ਜਾਵੇ। ਜਾ ਕੇ ਔਰੰਗਜ਼ੇਬ ਨੂੰ ਸ਼ਿਕਾਇਤਾਂ ਕੀਤੀਆਂ, ਇਹ ਹੈ ਜੀ, ਉਹ ਹੈ ਜੀ। ਗੁਰੂ ਮਹਾਰਾਜ ਜੀ 2200 ਘੋੜ ਸਵਾਰ ਰੱਖੇ ਹੋਏ ਹਨ ਜੀ। ਇਹ 6ਵੇਂ ਪਾਤਸ਼ਾਹ ਦੇ ਸਪੁੱਤਰ ਹਨ। ਉਹਨਾਂ ਵੀ ਤੁਹਾਡੇ ਨਾਲ ਲੜਾਈਆਂ ਲੜੀਆਂ, ਇਹ ਵੀ ਤੁਹਾਡੇ ਨਾਲ ਲੜਾਈਆਂ ਲੜ ਸਕਦੇ ਨੇ। ਬਹੁਤ ਕੁਛ ਕਿਹਾ। ਕੁਦਰਤੀ ਗੱਲ ਹੈ ਕਿ ਜਦੋਂ ਕੋਈ ਸ਼ਿਕਾਇਤ ਕਰਦਾ ਹੈ ਤਾਂ ਜਿਹਦੇ ਬਾਰੇ ਸ਼ਿਕਾਇਤ ਕੀਤੀ ਗਈ ਹੈ, ਸ਼ਿਕਾਇਤ ਸੁਣਨ ਵਾਲਾ ਉਸ ਨੂੰ ਸੱਦਦਾ ਹੈ ਕਿ ਉਹਦਾ ਪੱਖ ਵੀ ਸੁਣ ਲਿਆ ਜਾਵੇ। ਜੱਜ ਹੈ, ਦੋਨੋਂ ਪੱਖ ਸੁਣਦਾ ਹੈ।
ਜਿਹਨੇ ਮੁਕੱਦਮਾ ਕੀਤਾ ਹੈ ਤੇ ਜਿਸ ਤੇ ਹੋਇਆ ਹੈ, ਦੋਨਾਂ ਦਾ ਸੁਣਦਾ ਵੀ ਇਹਨਾਂ ਦੋਨਾਂ 'ਚ ਕੌਣ ਕਸੂਰਵਾਰ ਹੈ। ਖੈਰ ਔਰੰਗਜ਼ੇਬ ਨੇ ਜਿਹੜਾ ਹੈ ਸੁਨੇਹਾ ਭੇਜ ਦਿੱਤਾ ਹੈ ਵੀ 7ਵੇਂ ਪਾਤਸ਼ਾਹ ਨੂੰ ਕਿ ਤੁਹਾਡੇ ਵਿਰੁੱਧ ਸ਼ਿਕਾਇਤ ਆਈ ਹੈ, ਤੁਸੀਂ ਦਿੱਲੀ ਆਓ। 7ਵੇਂ ਪਾਤਸ਼ਾਹ ਨੇ ਆਪਣੇ ਵੱਡੇ ਸਾਹਿਬਜ਼ਾਦੇ ਰਾਮ ਰਾਏ ਨੂੰ ਸਾਰੀਆਂ ਰਿਧੀਆਂ ਸਿੱਧੀਆਂ ਦੇ ਕੇ ਕੁਝ ਨਾਲ ਸਿੰਘ ਸਿੱਖ ਭੇਜੇ ਨੇ ਵੀ ਜਾਓ ਤੁਸੀਂ ਦਿੱਲੀ ਜਾਓ, ਤੇ ਰਾਮ ਰਾਏ ਨੂੰ ਕਿਹਾ ਤੂੰ ਕੋਈ ਡਰਨਾ ਨਹੀਂ ਔਰੰਗਜ਼ੇਬ ਤੋਂ, ਜੋ ਪੁੱਛੇ ਸਹੀ ਸਹੀ ਦੱਸਣਾ ਹੈ। ਬਾਕੀ ਕਹਿੰਦੇ ਸੀ ਤੈਨੂੰ ਰਿਧੀਆਂ ਸਿੱਧੀਆਂ ਦੇਤੀਆਂ ਹਨ। ਰਾਮ ਰਾਏ ਜੀ ਦਿੱਲੀ ਚਲੇ ਗਏ ਹਨ। ਔਰੰਗਜ਼ੇਬ ਨੇ ਜੋ ਕੁਝ ਪੁੱਛਿਆ, ਰਾਮ ਰਾਏ ਨੇ ਔਰੰਗਜ਼ੇਬ ਦੀ ਤਸੱਲੀ ਕਰਾਤੀ। ਮੁਸਲਮਾਨਾਂ ਦੇ ਵਿੱਚ ਮੈਂ ਦੇਖਿਆ ਹੈ ਇਹ ਸਿਰਫ ਉਸ ਤੋਂ ਡਰਦੇ ਹਨ ਜਿਹਦੇ ਕੋਲੇ ਕੋਈ ਰਿਧੀ ਸਿੱਧੀ ਹੋਵੇ, ਦੂਜੇ ਤੋਂ ਨਹੀਂ ਡਰਦੇ। ਸਾਡੇ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਕਿਤੇ ਕਿਤੇ ਵਰਤਿਆ, ਕਿਸੇ ਨੇ ਉਹਨਾਂ ਨਾਲ ਪੰਗਾ ਨਹੀਂ ਲਿਆ। ਬੜਿਆਂ ਨੂੰ ਉਹ ਚੋਰਾਂ ਡਾਕੂਆਂ ਲਟੇਰਿਆਂ ਨੂੰ ਬੜੇ ਰਾਜਾ ਮਹਾਰਾਜਾ ਨੂੰ ਮਿਲੇ। ਮੈਂ ਕਹਿੰਦਾ ਗੁਰੂ ਨਾਨਕ ਦੇਵ ਜੀ ਵਰਗਾ ਅਜੇ ਕੋਈ ਇਨਸਾਨ ਨਹੀਂ ਆਇਆ। ਇਹ ਨਹੀਂ ਕਿ ਸਾਡਾ ਗੁਰੂ ਮੈਂ ਤਾਂ ਵਡਿਆਈ ਕਰਨਾ, ਜਿਵੇਂ ਕਹਿੰਦਾ ਅੜੇ ਸੋ ਝੜੇ ਸ਼ਰਨ ਪਰੇ ਸੋ ਤਰੇ। ਬਸ ਜਿਹੜਾ ਗੁਰੂ ਨਾਨਕ ਅੜ ਗਿਆ ਝੜ ਗਿਆ। ਫਿਰ ਗੁਰੂ ਨਾਨਕ ਦੇਵ ਜੀ ਮੱਧ ਪ੍ਰਦੇਸ਼ ਚਲੇ ਗਏ, ਉੱਥੇ ਰੋਹੇਲੇ ਰਹਿੰਦੇ ਸਨ। ਉਹਨਾਂ ਦੇ ਸਰਦਾਰ ਨੇ ਇਹ ਓਪਰੇ ਸਮਝ ਕੇ ਭਾਈ ਮਰਦਾਨਾ ਤੇ ਗੁਰੂ ਨਾਨਕ ਕੈਦ ਕਰ ਲਿਆ। ਗੁਰੂ ਨਾਨਕ ਕੈਦ ਕਰ ਲਿਆ ਤੇ ਮਰਦਾਨਾ ਜੀ ਨੂੰ ਜਿਹੜਾ ਕੋਹਲੂ ਹੱਕਣ ਤੇ ਲਾਤਾ ਹੈ। ਗੁਰੂ ਬਾਬਾ ਕਹਿੰਦੇ ਕੋਈ ਨਹੀਂ। ਗੁਰੂ ਮਹਾਰਾਜ ਆਪਣੀ ਸ਼ਕਤੀ ਵਰਤਾ ਕੇ ਸ਼ਹਿਰ ਦੇ ਸਾਰੇ ਖੂਹਾਂ ਦਾ ਪਾਣੀ ਸੁਕਾਤਾ। ਸਵੇਰੇ ਹਾਹਾਕਾਰ ਮਚ ਗਈ ਹੈ ਭਈ ਪਾਣੀ ਨਹੀਂ ਕਿਤੇ ਹੈ। ਬੜੇ ਉਹਨਾਂ ਨੇ ਸੱਦੇ ਸਿਆਣੇ ਸੁਣੇ। ਕਿਸੇ ਨੇ ਕਿਹਾ ਉਸ ਰਹੀਲੇ ਨੂੰ, ਤੂੰ ਇੱਥੇ ਇੱਕ ਸਾਧੂ ਆਇਆ ਹੈ ਨਾਨਕ ਨਾਮ ਨਾਲ, ਤੂੰ ਉਹਨੂੰ ਕੈਦ ਕੀਤਾ, ਇਸ ਕਾਰਨ ਤੇਰੇ ਸਾਰੇ ਖੂਹ ਸੁੱਕ ਗਏ ਨੇ, ਤੂੰ ਉਹਨੂੰ ਕੈਦ ਤੋਂ ਰਿਹਾ ਕਰ, ਨਾਲ ਮਾਫੀ ਮੰਗ। ਤੇ ਪਿਆਸੀ ਦੁਨੀਆ ਹਾਹਾਕਾਰ ਮਚ ਗਈ ਹੈ। ਫਿਰ ਗੁਰੂ ਮਹਾਰਾਜ ਰਿਹਾ ਕੀਤਾ, ਗੁਰੂ ਮਹਾਰਾਜ ਸਿੱਖਿਆ ਦਿੱਤੀ, ਫਿਰ ਉਹ ਸਾਰੇ ਗੁਰੂ ਨਾਨਕ ਦੇਵ ਦੇ ਸ਼ਰਧਾਲੂ ਹੋ ਗਏ। ਅਗਰ ਕਿਤੇ ਪੰਜਮ ਪਾਤਸ਼ਾਹ ਵੀ ਕੋਈ ਸਿੱਧੀ ਵਿਖਾਉਂਦੇ, ਉੱਥੇ ਗੱਲ ਖਤਮ ਹੋ ਜਾਣੀ ਸੀ। ਪਰ ਉਹਨਾਂ ਕਿਹਾ ਨਹੀਂ, ਸਾਨੂੰ ਪਰਮਾਤਮਾ ਦਾ ਹੁਕਮ ਹੈ, ਅਸੀਂ ਉਹਦੀ ਰਜ਼ਾ 'ਚ ਰਹਿਣਾ। 9ਵੇਂ ਪਾਤਸ਼ਾਹ ਵੀ ਜੇ ਕੋਈ ਸਿੱਧੀ ਵਿਖਾਉਂਦੇ, ਇਹਨਾਂ ਲੋਕਾਂ ਨੇ ਡਰ ਜਾਣਾ ਸੀ ਵੀ ਕਿਤੇ ਸਾਡਾ ਜਿਹੜਾ ਹੈ ਇਹ ਰਾਜ ਹੀ ਨਾ ਨਸ਼ਟ ਕਰ ਦੇਣਾ। ਪਰ ਉਹ ਨਹੀਂ ਵਿਖਾਈ, ਇਸ ਲਈ ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਇਸ ਲਈ ਇਹਨਾਂ 'ਚ ਕੋਈ ਸਿੱਧੀ ਵਿਖਾਓ। ਸਭਾ ਲੱਗੀ ਹੋਈ ਹੈ, ਰਾਮ ਰਾਏ ਜੀ ਵੀ ਬੈਠੇ ਹੋਏ ਨੇ। ਔਰੰਗਜ਼ੇਬ ਨੇ ਸੋਚਿਆ ਵੀ ਦੇਖਦੇ ਆ ਭਲਾ ਇਹਦੀ ਕੋਈ ਤੰਤ ਹੈ। ਕਹਿੰਦਾ ਰਾਮ ਰਾਏ ਜੀ, ਮੇਰਾ ਫਲਾਣਾ ਫਲ ਖਾਣ ਨੂੰ ਜੀ ਕਰਦਾ ਹੈ। ਉਦੋਂ ਨਾ ਕੋਈ ਇੱਕ ਕੋਲਡ ਸਟੋਰ ਨਹੀਂ ਸੀ ਹੁੰਦੇ, ਅੰਬਾਂ ਦਾ ਮੌਸਮ ਲੰਘ ਗਿਆ, ਮੁੜ ਕੇ ਕੋਈ ਅੰਬ ਨਹੀਂ ਸੀ ਬਾਜ਼ਾਰ 'ਚ ਮਿਲਦਾ ਹੁੰਦਾ। ਹੁਣ ਤਾਂ ਜਦੋਂ ਕੋਲਡ ਸਟੋਰੇਜ ਆਏ ਨੇ, ਹੁਣ ਤਾਂ ਸਾਰਾ ਸਾਲ ਹੀ ਕੋਈ ਨਾ ਕੋਈ ਫਲ ਮਿਲਦਾ ਰਹਿੰਦਾ। ਉਦੋਂ ਜਿਹਾ ਨਹੀਂ ਸੀ। ਜਿਹੜਾ ਫਲ ਮੰਗਿਆ ਉਹ ਬੇਮੌਸਮਾ ਸੀ। ਰਾਮ ਰਾਜੇ ਨੇ ਹਵਾ 'ਚ ਇਸ ਤਰ੍ਹਾਂ ਹੱਥ ਮਾਰਿਆ ਤੇ ਹੱਥ 'ਚ ਉਹ ਫਲ ਆ ਗਿਆ। ਕਹਿੰਦੇ ਲਓ ਫਲ ਚੱਕੋ। ਉਹਨੇ ਕਿਹਾ ਇਹ ਤਾਂ ਬੜੀਆਂ ਸ਼ਕਤੀਆਂ ਦਾ ਮਾਲਕ ਹੈ। ਹੌਲੀ ਹੌਲੀ ਬੜਾ ਪਿਆਰ ਹੋ ਗਿਆ ਹੈ ਔਰੰਗਜ਼ੇਬ ਦਾ ਤੇ ਰਾਮ ਰਾਏ ਦਾ। ਜਿਹੜੇ ਵਿਰੋਧੀ ਸਨ ਉਹਨਾਂ ਨੇ ਕਿਹਾ ਵੀ ਅਸੀਂ ਤਾਂ ਸੱਦਿਆ ਸੀ, ਕੋਈ ਸਜ਼ਾ ਮਿਲੇਗੀ, ਤੇ ਔਰੰਗਜ਼ੇਬ ਤੈਨੂੰ ਬਰਾਬਰ ਬਿਠਾਉਣ ਲੱਗ ਪਿਆ ਕੁਰਸੀਆਂ 'ਤੇ। ਇੱਕ ਮੁੱਲਾ ਕਹਿੰਦਾ ਰਾਮ ਰਾਏ ਜੀ, ਹਿੰਦੂਆਂ ਦੇ ਧਾਰਮਿਕ ਗ੍ਰੰਥਾਂ 'ਚ ਬੜੀਆਂ ਗੱਪਾਂ ਲਿਖੀਆਂ ਹੋਈਆਂ ਹਨ। ਰਾਮ ਰਾਏ ਜੀ ਕਹਿੰਦੇ ਵੀ ਕਿਹੜੀ ਗੱਪ ਲਿਖੀ ਹੈ? ਕਹਿੰਦਾ ਲਿਖਿਆ ਜੀ ਕ੍ਰਿਸ਼ਨ ਨੇ ਨਾ ਆਪਣੀ ਚੀਚੀ ਅਖੀਰਲੀ ਉਂਗਲ ਜਿਹੜੀ ਛੋਟੀ ਹੁੰਦੀ ਇਹਦੇ ਨਾਲ ਗੋਵਰਧਨ ਪਹਾੜ ਚੱਕਤਾ। ਕਹਿੰਦੇ ਗੱਪ ਨਹੀਂ ਤਾਂ ਹੋਰ ਕੀ ਹੈ?
ਰਾਮ ਰਾਏ ਜੀ ਕਹਿੰਦੇ ਸੁਣੋ ਮੇਰੀ ਗੱਲ, ਉਹ ਦੁਆਪਰ ਯੁੱਗ ਦੇ ਮਹਾਂਪੁਰਖ ਸਨ, ਅਵਤਾਰ ਸਨ ਉਹ। ਮੈਂ ਨਾ ਗੁਰੂ ਹਾਂ, ਨਾ ਮੈਂ ਕੋਈ ਅਵਤਾਰ ਹਾਂ, ਮੈਂ ਤਾਂ ਇੱਕ ਸਧਾਰਨ ਬੰਦਾ ਹਾਂ, ਪਰ ਮੈਂ ਹੀ ਤੁਹਾਨੂੰ ਵਿਖਾ ਦਿੰਦਾ। ਕਹਿੰਦੇ ਵੇਖੋ ਸਾਹਮਣੇ ਮਸਜਿਦ ਦਿਸਦੀ ਹੈ? ਕਹਿੰਦੇ ਹਾਂ ਦਿਸਦੀ ਹੈ। ਕਹਿੰਦੇ ਉਹਦੇ ਵੱਲ ਵੇਖੀ ਚੱਲੋ। ਹੁਣ ਰਾਮ ਰਾਏ ਜੀ ਕੋਲ ਸੋਟੀ ਸੀ, ਉਹਨਾਂ ਧਰਤੀ 'ਤੇ ਸੋਟੀ ਲਾ ਲਈ, ਹੌਲੀ ਹੌਲੀ ਚੁੱਕੀ ਜਾਂਦੇ ਨੇ ਆਪਣੀ ਸੋਟੀ, ਉਹ ਜਿਹੜੀ ਮਸਜਿਦ ਹੈ ਉੱਪਰ ਨੂੰ ਉੱਠੀ ਜਾਂਦੀ ਹੈ। ਧਰਤੀ ਤੋਂ 10 ਫੁੱਟ ਉੱਚੀ ਚੱਕਤੀ ਮਸਜਿਦ, ਫਿਰ ਹੌਲੀ ਹੌਲੀ ਸੋਟੀ ਹੇਠਾਂ ਲੈ ਕੇ ਵੱਜ ਉੱਤੇ ਹੀ ਟਿਕਾਤੀ, ਚੁੱਪ ਕਰ ਗਏ। ਕਹਿੰਦਾ ਜੇ ਮੈਂ ਇਹ ਕਰ ਸਕਦਾ ਤਾਂ ਕ੍ਰਿਸ਼ਨ ਮਹਾਰਾਜ ਕਿਉਂ ਨਹੀਂ ਸੀ ਕਰ ਸਕਦੇ? ਉਹ ਤਾਂ ਯੁੱਗ ਪੁਰਸ਼ ਸਨ। ਚਲੋ ਕੁਝ ਦਿਨ ਹੋਰ ਲੰਘੇ, ਵਾਹ ਵਾਹ ਰਾਮ ਰਾਏ ਦੀ ਟੌਰ ਹੋ ਗਈ ਹੈ। ਇੱਕ ਵਾਰੀ ਇੱਕ ਮੁੱਲਾ ਕਹਿੰਦਾ ਔਰੰਗਜ਼ੇਬ ਨੂੰ, ਕਹਿੰਦਾ ਦੇਖੋ ਜੀ ਇਹਨਾਂ ਦੇ 5ਵੇਂ ਗੁਰੂ ਨੇ ਜਿਹੜਾ ਗ੍ਰੰਥ ਤਿਆਰ ਕੀਤਾ ਹੈ ਉਹ 'ਚ ਮੁਸਲਮਾਨਾਂ ਦੇ ਵਿਰੁੱਧ ਲਿਖਿਆ ਹੋਇਆ ਹੈ। ਰਾਮ ਰਾਏ ਜੀ ਕਹਿੰਦੇ ਵੀ ਕੀ ਲਿਖਿਆ? ਕਹਿੰਦੇ ਉਹ 'ਚ ਲਿਖਿਆ ਗੁਰੂ ਨਾਨਕ ਨੇ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ। ਮੁਸਲਮਾਨ ਮੁਰਦੇ ਨੂੰ ਸਾੜਦੇ ਨਹੀਂ, ਉਹਨਾਂ ਦਾ ਵਿਸ਼ਵਾਸ ਹੈ ਕਿ ਜਿਸ ਨੂੰ ਸਾੜ ਦਿੱਤਾ ਜਾਵੇਗਾ ਉਹ ਤਾਂ ਨਰਕਾਂ ਨੂੰ ਜਾਵੇਗਾ, ਉਹਦੀ ਗਤੀ ਨਹੀਂ ਹੁੰਦੀ। ਕਹਿੰਦੇ ਦੇਖੋ ਜੀ ਇਹ ਤਾਂ ਮੁਸਲਮਾਨਾਂ ਮਰੇ ਦੀ ਕਿਸੇ ਮਿੱਟੀ ਲੈ ਲਈ, ਉਹਦੇ ਭਾਂਡੇ ਬਣਾਏ, ਫਿਰ ਉਹਨੂੰ ਆਵੇ 'ਤੇ ਰੱਖਿਆ, ਉਹ ਮਿੱਟੀ ਸੜ ਰਹੀ ਹੈ, ਸੜ ਰਹੀ ਹੈ। ਰਾਮ ਰਾਏ ਔਰੰਗਜ਼ੇਬ ਕਹਿੰਦਾ ਹਾਂਜੀ ਕੀ ਇਸਰੀ ਲਿਖਿਆ ਹੋਇਆ? ਰਾਮ ਰਾਏ ਨੇ ਸੋਚਿਆ ਵੀ ਵਾਹ ਵਾਹ ਬਣੀ ਹੋਈ ਹੈ, ਕਾਹਨੂੰ ਆਪਾਂ ਛੋਟੀ ਜਿਹੀ ਗੱਲ 'ਤੇ ਵਿਗਾੜਨੀ ਹੈ। ਕਹਿੰਦਾ ਨਹੀਂ ਜੀ ਗੁਰੂ ਨਾਨਕ ਤਾਂ ਲਿਖੇ, ਗੁਰੂ ਨਾਨਕ ਨੇ ਲਿਖਿਆ ਮਿੱਟੀ ਬੇਈਮਾਨ ਕੀ, ਇਹ ਤਾਂ ਬਾਅਦ 'ਚ ਕਿਸੇ ਨੇ ਮਿੱਟੀ ਮੁਸਲਮਾਨ ਕੀ ਬਣਾ ਦਿੱਤੀ ਹੈ ਜੀ। ਚਲੋ ਔਰੰਗਜ਼ੇਬ ਚੁੱਪ ਕਰ ਗਿਆ ਵੀ ਹੋ ਸਕਦਾ ਵੀ ਕਿਤਾਬਾਂ ਦੇ ਵਿੱਚ ਅਦਲਾ ਬਦਲੀ ਕਰ ਵੀ ਦਿੰਦੇ ਹਨ। ਜਿਹੜੇ ਰਾਮ ਰਾਏ ਦੇ ਨਾਲ ਸਿੱਖ ਭੇਜੇ ਸਨ ਗੁਰੂ ਮਹਾਰਾਜ, ਉਹਨਾਂ ਸਿੱਖਾਂ 'ਚੋਂ ਇੱਕ ਨੇ ਚਿੱਠੀ ਲਿਖਤੀ 7ਵੇਂ ਪਾਤਸ਼ਾਹ ਕਿ ਤੁਹਾਡੇ ਸਪੁੱਤਰ ਨੇ ਗੁਰੂ ਗ੍ਰੰਥ ਸਾਹਿਬ ਦਾ ਇੱਕ ਸ਼ਬਦ ਬਦਲ ਦਿੱਤਾ ਹੈ, ਆਹ ਬਦਲਿਆ ਹੈ। ਜਦੋਂ ਚਿੱਠੀ ਪੜ੍ਹੀ 7ਵੇਂ ਪਾਤਸ਼ਾਹ ਨੇ, ਉਹਨਾਂ ਜਵਾਬੀ ਸੁਨੇਹਾ ਭੇਜਿਆ ਰਾਮ ਰਾਏ ਨੂੰ ਕਿ ਤੇਰੀ ਕਿਵੇਂ ਜੁਰਤ ਪਈ, ਇਹ ਰੱਬੀ ਬਾਣੀ ਹੈ, ਤੂੰ ਕਿਵੇਂ ਇਸ ਦੇ ਇੱਕ ਸ਼ਬਦ ਬਦਲ ਦਿੱਤਾ ਹੈ? ਅੱਜ ਤੂੰ ਸ਼ਬਦ ਬਦਲਿਆ, ਕੱਲ੍ਹ ਨੂੰ ਕੋਈ ਪਹਿਰਾ ਬਦਲ ਦੇਗਾ। ਇਹ ਰੱਬੀ ਬਾਣੀ ਹੈ, ਇਹ 'ਚ ਕੋਈ ਬਦਲਾਅ ਨਹੀਂ ਹੋ ਸਕਦਾ, ਇਸ ਲਈ ਤੂੰ ਸਾਡੇ ਮੱਥੇ ਹੀ ਨਹੀਂ ਲੱਗਣਾ। ਬਸ ਰਾਮ ਰਾਏ ਨੂੰ ਜਦੋਂ ਪਤਾ ਲੱਗਿਆ, ਰਾਮ ਰਜੇ ਕੀਰਤਪੁਰ ਸਾਹਿਬ ਆਏ ਵੀ ਮੈਂ ਮੁਆਫੀ ਮੰਗ ਲੈਣੀ। ਕਹਿੰਦੇ ਤੈਨੂੰ ਕੋਈ ਮੁਆਫੀ ਨਹੀਂ ਮਿਲ ਸਕਦੀ, ਅੱਜ ਜੇ ਮੈਂ ਤੈਨੂੰ ਮੁਆਫੀ ਦੇਤੀ, ਕੱਲ੍ਹ ਨੂੰ ਕੋਈ ਪਹਿਰਾ ਬਦਲ ਦੇਗਾ, ਫਿਰ ਕਹੇ ਜੀ ਮੁਆਫੀ ਦੇ ਦਿਓ ਜੀ, ਇਸ ਤਰ੍ਹਾਂ ਗੜਬੜ ਸਾਰੀ ਹੋ ਜਾਏਗੀ। ਤੈਨੂੰ ਕੋਈ ਮੁਆਫੀ ਨਹੀਂ ਮਿਲਦੀ, ਜਿਹਨੂੰ ਤੂੰ ਖੁਸ਼ ਕਰਕੇ ਨਾ ਉਹਦੇ ਕੋਲ ਹੀ ਚਲੇ ਜਾ ਅਤੇ ਦਰਵਾਜ਼ਾ ਬੰਦ ਕਰ ਲਓ। ਰਾਮ ਰਾਏ ਜੀ ਵਾਪਸ ਆ ਗਏ। ਔਰੰਗਜ਼ੇਬ ਖੁਸ਼ ਹੈ ਵੀ ਫੁੱਟ ਪੈ ਗਈ ਘਰ 'ਚ। ਇਹ ਨਹੀਂ ਕਿ ਇਹ ਆਪਾਂ ਐਵੇਂ ਦੋਸ਼ ਲਾਉਂਦੇ ਹਾਂ ਅੰਗਰੇਜ਼ਾਂ 'ਤੇ ਡਿਵਾਈਡ ਐਂਡ ਰੂਲ, ਨੋ, ਇਹ ਸਦੀਆਂ ਤੋਂ ਚੱਲਿਆ ਆ ਰਿਹਾ। ਜਦੋਂ ਸਰਕਾਰ ਵੇਖਦੀ ਹੈ ਕਿ ਕਿਸੇ ਮਹਿਕਮੇ ਦੀ ਇੱਕੋ ਯੂਨੀਅਨ ਹੈ, ਇਹ ਤਾਂ ਗੜਬੜ ਹੈ, ਇਹ ਤਾਂ ਪਾਵਰ ਵੱਜ ਗਈ ਇਹਨਾਂ ਸਾਡਾ ਜਿਹੜਾ ਹੈ ਜਾਨ ਖਾ ਲੈਣੀ ਹੈ, ਉਹ ਕੋਸ਼ਿਸ਼ ਕਰਦੀ ਨਾ 'ਚ ਫੁੱਟ ਪੈ ਜੇ। ਇਹੀ ਕਾਰਨ ਹੈ ਕਿ ਕਿਸਾਨਾਂ ਦੀ 33 ਯੂਨੀਅਨਾਂ ਨੇ, ਆਹੀ ਕਾਰਨ। ਜਦੋਂ ਇੱਕ ਹੋ ਗਏ ਭੂਤ ਨਹੀਂ ਭੁਲਾਤੀ ਨਾ ਸੈਂਟਰ ਦੀ। ਇਸ ਲਈ ਸਰਕਾਰਾਂ ਹਮੇਸ਼ਾ ਡਿਵਾਈਡ ਐਂਡ ਰੂਲ ਹੈ, ਹਿੰਦੂਆਂ ਨੂੰ ਅੱਡ ਕਰ ਦਿਓ, ਸਿੱਖਾਂ ਨੂੰ ਅੱਡ ਕਰ ਦਿਓ, ਮੁਸਲਮਾਨਾਂ ਨੂੰ ਅੱਡ ਕਰ ਦਿਓ, ਇੰਨੀ ਇਹਨਾਂ 'ਚ ਨਫ਼ਰਤ ਫੈਲਾ ਦਿਓ ਕਿ ਇੱਕ ਦੂਜੇ ਨੂੰ ਬੋਲਣਾ ਪਸੰਦ ਨਾ ਕਰਨ, ਅਤੇ ਫਿਰ ਆਪਾਂ ਨੂੰ ਮੌਜ ਹੀ ਮੌਜ ਹੈ ਬਸ। ਔਰੰਗਜ਼ੇਬ ਨੇ ਜੋ ਸੋਚਿਆ ਵੀ ਫੁੱਟ ਪੈ ਗਈ। ਔਰੰਗਜ਼ੇਬ ਕਹਿੰਦਾ ਕੋਈ ਗੱਲ ਨਹੀਂ, ਜੇ ਤੁਹਾਨੂੰ ਨਹੀਂ ਘਰ ਬਣਨ ਦਿੱਤਾ, ਮੈਂ ਦੇਹਰਾਦੂਨ ਜਿਹਨੂੰ ਕਹਿੰਦੇ ਨੇ ਸ਼ਹਿਰ ਹੈ, ਦੇਹਰਾ ਜਿੱਥੇ ਕੋਈ ਮਹਾਤਮਾ ਰਹਿੰਦਾ ਹੈ ਉਸਨੂੰ ਕਹਿੰਦੇ ਦੇਹਰਾ, ਉਹਨੂੰ ਮੱਠ ਵੀ ਕਹਿੰਦੇ ਸੀ, ਅੱਜ ਕੱਲ੍ਹ ਡੇਰਾ ਕਹਿੰਦੇ ਨੇ।
ਦੂਣ ਜਿਹੜਾ ਸ਼ਬਦ ਹੈ ਉਹ ਹੈ ਵੀ ਦੋ ਪਹਾੜ ਨੇ ਆਲੇ ਦੁਆਲੇ ਵੱਡੇ, ਵਿਚਾਲੇ ਜਿਹੜੀ ਪੱਧਰ ਧਰਤੀ ਉਹਨੂੰ ਕਹਿੰਦੇ ਦੂਣ, ਵੈਲੀ। ਇਹ ਦੇਹਰਾਦੂਨ ਉਹਦੇ ਕੋਈ ਵਸੋਂ ਨਹੀਂ ਸੀ। ਔਰੰਗਜ਼ੇਬ ਨੇ ਰਾਮ ਰਾਏ ਨੂੰ ਇਹ ਸਾਰਾ ਦਿੱਤਾ, ਜਾ ਇਹ ਤੇਰਾ ਹੈ, ਤੂੰ ਉੱਥੇ ਰਹਿ ਰਾਮ ਨਾਲ। ਹੁਣ ਰਾਮ ਰਾਏ ਨੂੰ ਤਾਂ ਗੱਦੀ ਮਿਲ ਹੀ ਨਹੀਂ ਸੀ ਸਕਦੀ। 7ਵੇਂ ਪਾਤਸ਼ਾਹ ਦਾ ਸਰੀਰ ਤਿਆਗਣ ਦਾ ਵੇਲਾ ਆ ਗਿਆ ਹੈ। ਉਹਨਾਂ ਦੇਖਿਆ ਮੇਰਾ ਛੋਟਾ ਸਾਹਿਬਜ਼ਾਦਾ ਸ਼੍ਰੀ ਹਰਿਕ੍ਰਿਸ਼ਨ ਜੀ ਮਹਾਰਾਜ ਇਹ ਜਨਮ ਤੋਂ ਹੀ ਬ੍ਰਹਮ ਗਿਆਨੀ ਹੈ, ਇਹ ਕੌਮ ਦੀ ਅਗਵਾਈ ਕਰ ਸਕਦਾ ਹੈ। ਅਤੇ ਉਸ ਵੇਲੇ 8ਵੇਂ ਪਾਤਸ਼ਾਹ ਦੀ ਉਮਰ ਸਿਰਫ 5.25 ਸਾਲ ਸੀ। ਜਦੋਂ 8ਵੇਂ ਪਾਤਸ਼ਾਹ ਨੂੰ ਗੁਰਗੱਦੀ ਮਿਲੀ ਨਾ, ਉਦੋਂ ਇਹਨਾਂ ਦੀ ਉਮਰ 5.25 ਸਾਲ ਸੀ। 5 ਸਾਲ 3 ਮਹੀਨੇ। ਸਿੱਖਾਂ ਤੋਂ ਬਿਨਾਂ ਬਾਕੀ ਨੂੰ ਬੜਾ ਅਜੀਬ ਲੱਗਦਾ ਸੀ ਕਿ ਇਹ ਜਵਾਕ ਜਿਹਾ ਕੀ ਕਰੇਗਾ। ਨਹੀਂ, ਸੋ ਕੁਝ ਹੈਰਾਨ ਸਨ, ਕੁਝ ਠੀਕ। ਜਿਹੜੇ ਸ਼ਰਧਾਲੂ ਸਨ ਉਹ ਤਾਂ ਸ਼ਰਧਾਲੂ ਹੀ ਹੁੰਦੇ ਨੇ, ਉਹ ਕਿੰਤੂ ਪਰੰਤੂ ਨਹੀਂ ਕਰਿਆ ਕਰਦੇ। ਜਿਹੜਾ ਸਿੱਖ ਆਪਣੇ ਗੁਰੂ 'ਤੇ ਕਿੰਤੂ ਪਰੰਤੂ ਕਰਦੇ ਉਹ ਸਿੱਖ ਹੀ ਨਹੀਂ ਹੁੰਦਾ ਹੈ। ਅਸੀਂ ਗੁਰਬਾਣੀ 'ਤੇ ਕੋਈ ਕਿੰਤੂ ਪਰੰਤੂ ਨਹੀਂ ਕਰਨਾ। ਜਦੋਂ ਗੁਰੂ ਨੇ ਲਿਖਿਆ ਕਿ ਸਾਡੀ ਬਾਣੀ ਨਹੀਂ, ਇਹ ਰੱਬੀ ਬਾਣੀ ਹੈ, ਅਤੇ ਸਾਡਾ ਉੱਥੇ ਮਤਲਬ ਹੀ ਕੋਈ ਨਹੀਂ ਕਿੰਤੂ ਪਰੰਤੂ ਕਰਨ ਦਾ। ਐਂ ਚਾਹੀਦਾ ਸੀ ਜਾਂ ਐਂ ਨਹੀਂ ਸੀ ਚਾਹੀਦਾ ਹੈ, ਜਾਂ ਠੀਕ ਹੈ ਜਾਂ ਨਹੀਂ ਠੀਕ ਹੈ। ਇਹ ਤਾਂ ਜੀ 500 ਸਾਲ ਪੁਰਾਣੀ, ਅੱਜ ਤੇ ਹਾਲਾਤ ਬਦਲ ਗਏ ਨੇ। ਇਸ ਤਰ੍ਹਾਂ ਕੋਈ ਮਨ 'ਚ ਵਿਚਾਰ ਨਹੀਂ ਲੈਣਾ। ਹਮੇਸ਼ਾ ਯਾਦ ਰੱਖਣਾ ਕਿ ਜਿਹੜੀ ਬਾਣੀ ਹੈ ਇਹ ਜੋ ਕਹਿੰਦੀ ਹੈ ਸੱਚ ਕਹਿੰਦੀ ਹੈ, ਅਤੇ ਜੋ ਕਹਿੰਦੀ ਹੈ ਸਾਡੇ ਭਲੇ ਲਈ ਕਹਿੰਦੀ ਹੈ। ਇਹ ਹਮੇਸ਼ਾ ਯਾਦ ਰੱਖਣਾ। ਗੁਰੂ 'ਤੇ ਸ਼ੰਕਾ ਕਰਨਾ ਇਸ ਤਰ੍ਹਾਂ, ਤੁਸੀਂ ਜਿਸ ਕਿਸ਼ਤੀ ਦੇ ਵਿੱਚ ਬੈਠੇ ਹੋਏ ਹੋ ਉਸ ਕਿਸ਼ਤੀ ਦੇ ਵਿੱਚ ਹੀ ਤੁਸੀਂ ਮੋਰੀ ਕਰ ਲਈ ਹੈ। ਪਾਣੀ ਕਿਸ਼ਤੀ 'ਚ ਭਰੇਗਾ ਅਤੇ ਫਿਰ ਤੁਸੀਂ ਡੁੱਬੋਗੇ। ਗੁਰੂ 'ਤੇ ਕੋਈ ਸ਼ੰਕਾ ਨਹੀਂ ਹੋਣਾ ਚਾਹੀਦਾ। ਇਸੇ ਤਰ੍ਹਾਂ ਆਪ ਜੀ ਗੁਰੂ ਬਣ ਗਏ। ਜਿਹੜੇ ਪੰਡਤਾਂ ਨੇ ਸੋਚਿਆ ਵੀ ਇਹਨਾਂ ਕੋਈ ਵੇਦ ਨਹੀਂ ਪੜ੍ਹੇ, ਕੋਈ ਸ਼ਾਸਤਰ ਨਹੀਂ ਪੜ੍ਹੇ, ਇਹਨਾਂ ਨੂੰ ਕੀ ਗਿਆਨ ਹੈ, ਵੇਖ ਹੀ ਲੈਂਦੇ ਆ ਭਲਾ ਵੀ ਇਹਨਾਂ ਦੀ ਕੋਈ ਰਿਧੀ ਸਿੱਧੀ ਇਹਨਾਂ ਕੋਲ ਕੋਈ ਹੈ। ਇੱਕ ਕੋੜੀ ਬ੍ਰਾਹਮਣ ਸੀ, ਉਹਨੂੰ ਕਿਹਾ ਵੀ ਗੁਰੂ ਮਹਾਰਾਜ ਰੋਜ਼ ਨੇ ਇਸ ਰਾਹ 'ਤੇ ਸੈਰ ਕਰਨ ਜਾਂਦੇ ਨੇ, ਤੂੰ ਰਾਹ 'ਚ ਬੈਠ ਜੀ, ਆਪਣਾ ਉਹਨੂੰ ਦੁੱਖ ਦੱਸੀ, ਮੇਰਾ ਜੀ ਕੋੜ ਦੂਰ ਕਰੋ। ਉਹਨਾਂ ਸੋਚਿਆ ਵੀ ਜੇ ਤਾਂ ਕੋੜ ਦੂਰ ਹੋ ਗਿਆ, ਚਲ ਸਾਡਾ ਇੱਕ ਬ੍ਰਾਹਮਣ ਤੰਦਰੁਸਤ ਹੋ ਜਾਏਗਾ, ਅਤੇ ਜੇ ਨਾ ਦੂਰ ਹੈ ਫਿਰ ਅਸੀਂ ਕਹਾਂਗੇ ਐਵੇਂ ਹੀ ਗੁਰੂ ਬਣਿਆ ਫਿਰਦਾ, ਗੱਲ ਵਿੱਚ ਗੱਲਬਾਤ ਤਾਂ ਕੋਈ ਹੈ ਨਹੀਂ। ਉਹਨਾਂ ਨੇ ਉਸ ਨੂੰ, ਕੋੜੀ ਨੂੰ, ਰਾਹ 'ਚ ਅਗਲੇ ਦਿਨ ਬਿਠਾਤਾ ਸਵੇਰੇ ਸਵੇਰੇ। ਗੁਰੂ ਮਹਾਰਾਜ ਜਦੋਂ ਕੋਲੋਂ ਲੰਘਣ ਲੱਗੇ ਰੋ ਰਿਹਾ ਹੈ ਜੀ, ਮਹਾਰਾਜ ਜੀ ਮੈਨੂੰ ਠੀਕ ਕਰੋ ਜੀ, ਮੈਨੂੰ ਕੋੜ ਹੋ ਗਿਆ, ਮੈਂ ਬੜਾ ਦੁਖੀ ਹਾਂ ਬੜੇ ਸਾਲਾਂ ਤੋਂ ਜੀ। ਹਾਂ, ਗੁਰੂ ਮਹਾਰਾਜ ਰੁਕ ਗਏ। ਨਾਲ ਕੋਈ ਸ਼ਰਧਾਲੂ ਸਿੱਖ ਸਨ, ਉਹ ਵੀ ਰੁਕ ਗਏ। ਗੁਰੂ ਮਹਾਰਾਜ ਕੋਲ ਰੁਮਾਲ ਸੀ। 8ਵੇਂ ਪਾਤਸ਼ਾਹ ਨੇ ਰੁਮਾਲ ਕੱਢਿਆ ਅਤੇ ਕੋੜੀ ਨੂੰ ਕਹਿੰਦੇ ਲੈ, ਜਿੱਥੇ ਜਿੱਥੇ ਤੇਰੇ ਕੋਹੜ ਹੈ ਨਾ, ਤੂੰ ਉੱਥੇ ਰੁਮਾਲ ਫੇਰ ਲੈ। ਰੁਮਾਲ ਫੇਰਦੇ ਸਾਰੇ ਦਾ ਕੋੜ ਦੂਰ ਹੋ ਗਿਆ ਅਤੇ ਉੱਥੇ 9 ਵਰਨੋ ਹੋ ਗਿਆ। ਉਹਨੇ ਬੜੀ ਆਲੇ ਦੁਆਲੇ ਜਾ ਕੇ ਵਡਿਆਈ ਕੀਤੀ, ਲੋਕਾਂ 'ਚ ਵੀ ਗੱਲ ਫੈਲ ਗਈ, ਅਤੇ ਪੰਡਤਾਂ ਨੇ ਕਿਹਾ ਵੀ ਨਹੀਂ, ਵਾਕਈ ਕੋਈ ਗੱਲ ਹੈਗੀ, ਐਵੇਂ ਨਹੀਂ ਹੈਗਾ, ਜਵਾਕ ਜਿਹਾ ਨਹੀਂ ਹੈਗਾ, ਹੈ ਇਹਦੇ ਅੰਦਰ ਕੋਈ ਗੱਲ। ਇੱਕ ਵਾਰੀ ਸੰਗਤ ਬੈਠੀ ਹੈ, ਬਾਹਰੋਂ ਸੰਗਤ ਆਈ, ਉਹਦੇ 'ਚ ਇੱਕ ਜਸਵੰਤ ਰਾਏ ਨਾਮ ਦਾ ਚੋਰ ਸੀ। ਉਹਨੇ ਜਦੋਂ ਗੁਰੂ ਮਹਾਰਾਜ ਨੂੰ ਮੱਥਾ ਟੇਕਿਆ ਅਤੇ ਗੁਰੂ ਮਹਾਰਾਜ ਕਹਿੰਦੇ ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕਾ ਕੀਆ ਚੰਗਾ ਕਿਉਂ ਹੋਏ। ਉਹ ਤਾਂ ਉੱਥੇ ਹੀ ਰੋਣ ਲੱਗ ਪਿਆ ਹੈ। ਕਹਿੰਦੇ ਜੀ ਮੈਨੂੰ ਮਾਫ਼ ਕਰ ਦਿਓ ਜੀ, ਮੈਂ ਅੱਗੇ ਤੋਂ ਚੋਰੀ ਨਹੀਂ ਕਰਦਾ। ਕਹਿੰਦੇ ਭਾਈ ਤੂੰ ਅੱਗੇ ਤੋਂ ਚੋਰੀ ਨਾ ਕਰਿਆ ਕਰ, ਫਿਰ ਤੂੰ ਮਾਫ਼ ਹੀ ਮਾਫ਼ ਹੈ। ਕਿਉਂ? ਜਾਣੀ ਜਾਣ ਸਨ ਇਹ ਕੌਣ ਹੈ, ਜਾਣੀ ਜਾਣ ਸਨ ਵੀ ਇਹ ਕੌਣ ਹੈ। ਸੋ ਉਹ ਸੁਧਰ ਗਿਆ, ਭਜਨ ਬੰਦਗੀ ਕਰਨ ਲੱਗ ਪਿਆ। ਐਂ ਇੱਕ ਵਾਰੀ
ਗੋਂਦਾ ਨਾਮ ਦਾ ਜੁਆਰੀਆ ਸੀ, ਗੋਂਦਾ ਮੱਲ ਉਹ ਜੁਆਰੀਆ ਸੀ ਜਿਹੜੇ ਜੂਆ ਖੇਡਦੇ ਨੇ। ਸੰਗਤ ਖੜੀ ਵਾਰੀ ਵਾਰੀ ਮੱਥਾ ਟੇਕੀ ਜਾਂਦੇ। ਜਦੋਂ ਉਹਨੇ ਮੱਥਾ ਟੇਕਿਆ ਤਾਂ ਗੁਰੂ ਮਹਾਰਾਜ ਕਹਿੰਦੇ ਸੀਸ ਨਵਾਇਆ ਕਿਆ ਥੀਆ ਜਾਂ ਹਿਰਦੇ ਕੁਸ਼ੱਦੇ ਜਾਹੀਂ। ਜਦੋਂ ਹਿਰਦਾ ਹੀ ਸਾਫ਼ ਨਹੀਂ ਤੇ ਸਿਰ ਝੁਕਾਉਣ ਨਾਲ ਕੀ ਬਣੇਗਾ। ਉਹ ਵੀ ਮਾਫੀਆਂ ਮੰਗਦਾ ਜੀ, ਮੈਂ ਅੱਗੇ ਤੋਂ ਜੂਆ ਨਹੀਂ ਖੇਡਦਾ, ਮੈਨੂੰ ਮਾफ़ ਕਰ ਦਿਓ ਜੀ। ਇਸ ਤਰ੍ਹਾਂ ਗੁਰੂ ਮਹਾਰਾਜ ਫਿਰ ਸਿੱਧੇ ਰਾਹ ਪਾਉਂਦੇ ਰਹੇ ਲੋਕਾਂ ਨੂੰ, ਕਿਉਂਕਿ ਨਾਮ ਦੇਣ ਤੋਂ ਪਹਿਲਾਂ ਬੰਦੇ ਨੂੰ ਸੁਧਾਰਨਾ ਜ਼ਰੂਰੀ ਹੁੰਦਾ ਹੈ। ਹੁਣ ਤਾਂ ਵੈਸੇ ਹੀ ਅੰਮ੍ਰਿਤ ਛਕਾਈ ਕੋਈ ਪੁੱਛਦੇ ਨਹੀਂ ਕਿਸੇ ਨੂੰ, ਤੂੰ ਚੋਰ ਹੈ, ਕੋਈ ਰਿਸ਼ਵਤ ਲੈਣਾ, ਤੂੰ ਕੀ ਹੈ, ਕੋਈ ਨਹੀਂ, ਨਾ ਕਿਸੇ ਨੂੰ ਪਤਾ ਹੈ। ਸੱਚੀ ਗੱਲ ਹੈ, ਦਿਵ ਦ੍ਰਿਸ਼ਟੀ ਖੁੱਲ੍ਹੀ ਹੋਵੇ, ਅੰਤਰਯਾਮਤਾ ਹੋਵੇ ਤਾਂ ਹੀ ਪਤਾ ਲੱਗ ਰਿਹਾ ਬੰਦਾ ਕਰਦਾ ਕੀ ਹੈ। ਇਸ ਕਰਕੇ ਪੁਰਾਣੇ ਜ਼ਮਾਨੇ ਦੇ ਵਿੱਚ ਜਿਹੜੇ 5 ਪਿਆਰੇ ਸਨ, ਬੱਚੇ ਬੜੀ ਉੱਚੀ ਅਵਸਥਾ ਦੇ ਹੁੰਦੇ ਸਨ, ਸੰਤ ਮਹਾਤਮਾ ਹੁੰਦੇ ਸਨ। ਇਸ ਲਈ ਉਹ ਕਿਸੇ ਐਸੇ ਨੂੰ ਅੰਮ੍ਰਿਤ ਨਹੀਂ ਸਨ ਛਕਾਉਂਦੇ ਜਿਸ ਦੇ ਅੰਦਰ ਕੋਈ ਬੁਰਾਈ ਹੋਵੇ। ਪਹਿਲਾਂ ਉਹਦੀ ਬੁਰਾਈ ਛਡਾਉਂਦੇ ਸਨ, ਉਹਨੂੰ ਠੀਕ ਕਰਕੇ ਫਿਰ ਉਸ ਨੂੰ ਨਾਮ ਦੀ ਦਾਤ ਦਿੰਦੇ ਸਨ। ਰਾਮ ਰਾਏ ਨੇ ਫਿਰ ਸ਼ਿਕਾਇਤ ਕਰਤੀ। ਪਹਿਲਾਂ ਤਾਂ ਵਿਰੋਧੀਆਂ ਨੇ ਕੀਤੀ ਸੀ, ਹੁਣ ਰਾਮ ਰਾਏ ਨੇ ਸ਼ਿਕਾਇਤ ਕਰਤੀ। ਜਦੋਂ ਦੇਖਿਆ ਮੇਰੇ ਛੋਟੇ ਭਰਾ ਨੂੰ ਗੁਰੂ ਬਣਾਤਾ, ਮੈਨੂੰ ਨਹੀਂ ਬਣਾਇਆ। ਰਾਮ ਰਾਏ ਔਰੰਗਜ਼ੇਬ ਨੂੰ ਕਹਿੰਦਾ ਜੀ ਮੇਰੇ ਨਾਲ ਬੇਇਨਸਾਫੀ ਹੋਈ ਹੈ। ਕਹਿੰਦੇ ਕੀ ਬੇਇਨਸਾਫੀ ਹੈ? ਕਹਿੰਦੇ ਜੀ ਮੈਂ ਘਰ 'ਚ ਵੱਡਾ ਹਾਂ, ਮੇਰਾ ਹੱਕ ਸੀ ਗੁਰਗੱਦੀ ਦਾ, ਮੇਰੇ ਪਿਤਾ ਨੇ ਮੇਰੇ ਛੋਟੇ ਭਰਾ ਨੂੰ ਗੁਰਗੱਦੀ ਦੇ ਦਿੱਤੀ ਹੈ, ਮੇਰਾ ਹੱਕ ਮਾਰਿਆ ਗਿਆ, ਮੇਰਾ ਹੱਕ ਦਿਲਾਓ। ਹੁਣ ਰਾਮ ਰਾਏ ਨੂੰ ਪੁੱਛੇ ਬਈ ਭਲਿਆ ਮਾਨਸ, ਔਰੰਗ ਜਿਹਦੇ ਅੱਗੇ ਤੂੰ ਸ਼ਿਕਾਇਤ ਲਾ ਰਿਹਾ ਹੈ, ਇਹਨੇ ਤਾਂ ਆਪਣੇ ਬਾਪ ਸ਼ਾਹ ਜਹਾਨ ਨੂੰ ਕੈਦ ਕਰ ਲਿਆ ਸੀ ਵਿੱਚ ਜਿਉਂਦੇ, ਕਿੰਨਾ ਸਮਾਂ ਉਹਨੂੰ ਕੈਦ 'ਚ ਰੱਖਿਆ। ਉਹਨੂੰ ਇੱਕ ਸਵੇਰੇ ਤੇ ਇੱਕ ਸ਼ਾਮ ਰੋਟੀ ਖਾਣ ਨੂੰ ਦਿੰਦਾ ਸੀ, ਇੱਕ ਪਿਆਲਾ ਪਾਣੀ ਪੀਣ ਨੂੰ ਦਿੰਦਾ ਹੁੰਦਾ ਸੀ, ਨਹਾਉਣ ਨੂੰ ਤਾਂ ਪਾਣੀ ਦਿੰਦੇ ਹੀ ਨਹੀਂ ਸੀ। ਇੱਕ ਵਾਰੀ ਸ਼ਾਹ ਜਹਾਨ ਨੇ ਚਿੱਠੀ ਲਿਖੀ ਔਰੰਗਜ਼ੇਬ ਆਪਣੇ ਪੁੱਤਰ ਨੂੰ ਕਿ ਮੈਨੂੰ ਨਹਾਉਣ ਲਈ ਪਾਣੀ ਦੇ ਦੇ। ਕਹਿੰਦੇ ਜਿਹੜਾ ਤੈਨੂੰ ਇੱਕ ਪਿਆਲਾ ਪਾਣੀ ਮਿਲਦਾ ਚਾਹੇ ਨਹਾ ਲੈ ਚਾਹੇ ਪਾਣੀ ਪੀ ਲੈ। ਅਖੀਰ ਨੂੰ ਸ਼ਾਹ ਜਹਾਨ ਦੁੱਖ ਚੱਲਦਾ ਅੰਨਾ ਹੋ ਗਿਆ, ਸ਼ਾਹ ਜਹਾਨ ਜੇਲ੍ਹ 'ਚ ਹੀ ਮਰ ਗਿਆ। ਔਰੰਗਜ਼ੇਬ ਦੇ 3 ਹੋਰ ਭਰਾ ਸਨ, ਇਹਨੇ ਤਿੰਨਾਂ ਨੂੰ ਕਤਲ ਕਰਕੇ ਆਪ ਰਾਜਾ ਬਣ ਗਿਆ ਹੈ। ਵੀ ਭਲਿਆ ਮਾਨਸ, ਔਰੰਗਜ਼ੇਬ ਵੱਡਾ ਨਹੀਂ ਸੀ, ਜੇ ਵੱਡਾ ਹੁੰਦਾ ਕੋਈ ਹੋਰ ਗੱਲ ਸੀ, ਉਹ ਤਾਂ ਆਪ ਹੀ ਭਰਾਵਾਂ 'ਚ ਵੱਡਾ ਨਹੀਂ ਸੀ, ਅਤੇ ਉਹਨੇ ਆਪਣੇ ਭਰਾਵਾਂ ਨੂੰ ਮਾਰ ਕੇ ਰਾਜ ਪ੍ਰਾਪਤ ਕਰ ਲਿਆ, ਅਤੇ ਤੂੰ ਉਹਦੇ ਕੋਲ ਸ਼ਿਕਾਇਤ ਕਰਦਾ। ਜਿਹੜਾ ਆਪ ਹੀ ਐਸਾ ਹੈ ਉਹਦੇ ਕੇ ਕਿਆ ਤੂੰ ਸ਼ਿਕਾਇਤ ਕਰੇਗਾ। ਪਰ ਉਹਨੂੰ ਖੁਸ਼ ਕਰਨ ਲਈ ਔਰੰਗਜ਼ੇਬ ਦਾ ਇੱਕ ਰਾਜਪੂਤ ਪਹਿਲਾਂ ਰਾਜਾ ਹੁੰਦਾ ਸੀ, ਰਾਜਾ ਮਿਰਜ਼ਾ ਜੈ ਸਿੰਘ। ਫਿਰ ਹੌਲੀ ਹੌਲੀ ਉਹ ਇਹਨਾਂ ਦੇ ਗੁਲਾਮ ਹੋ ਗਏ, ਉਹਨੇ ਮਿਨਿਸਟਰ ਬਣਾ ਲਿਆ, ਰਾਜਾ ਨਾਮ ਉਸੇ ਤਰ੍ਹਾਂ ਨਾਲ ਰਿਹਾ। ਔਰੰਗਜ਼ੇਬ ਨੇ ਰਾਜਾ ਮਿਰਜ਼ਾ ਜੈ ਸਿੰਘ ਨੂੰ ਸੱਦਿਆ ਕਿ ਭਾਈ ਇਹ ਰਾਮ ਰਾਏ ਨੇ ਸ਼ਿਕਾਇਤ ਕੀਤੀ ਹੈ, ਤੂੰ 8ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੂੰ ਸੱਦ ਕੇ ਲਿਆ ਵੀ ਤੁਹਾਡੇ ਵਿਰੁੱਧ ਸ਼ਿਕਾਇਤ ਹੈ ਜੀ, ਤੂੰ ਦਿੱਲੀ ਆਓ। ਮਿਰਜ਼ਾ ਜੈ ਸਿੰਘ ਗਿਆ ਉਹਨਾਂ ਕੋਲੇ, ਗੁਰੂ ਮਹਾਰਾਜ ਜੀ ਆਹ ਔਰੰਗਜ਼ੇਬ ਦਾ ਹੁਕਮ ਹੈ ਅਤੇ ਤੁਸੀਂ ਉੱਥੇ ਪਹੁੰਚੋ, ਪਰ ਤੁਸੀਂ ਸਿੱਧਾ ਔਰੰਗਜ਼ੇਬ ਨੂੰ ਨਾ ਮਿਲਿਓ, ਤੁਸੀਂ ਮੇਰੇ ਘਰ ਆਇਓ। ਮਿਰਜ਼ਾ ਜੈ ਸਿੰਘ ਵਾਪਸ ਆ ਗਿਆ ਹੈ। ਗੁਰੂ ਮਹਾਰਾਜ ਜਿਹੜਾ ਹੈ ਆਪਣੀ ਮਾਤਾ ਅਤੇ ਕੁਝ ਸਿੱਖਾਂ ਨੂੰ ਨਾਲ ਲੈ ਕੇ ਕੀਰਤਪੁਰ ਸਾਹਿਬ ਤੋਂ ਚੱਲ ਪਏ 8ਵੇਂ ਪਾਤਸ਼ਾਹ। ਚੱਲਦੇ ਚੱਲਦੇ ਅੰਬਾਲਾ ਸ਼ਹਿਰ ਦੇ ਨਜ਼ਦੀਕ, ਜਦੋਂ ਅੰਬਾਲਾ ਸ਼ਹਿਰ ਨੂੰ ਜਾਈਏ ਨਾ, ਸੱਜੇ ਪਾਸੇ ਤੁਹਾਨੂੰ ਗੁਰਦੁਆਰਾ ਇੱਕ ਦਿਸੇਗਾ 6ਵੇਂ ਪਾਤਸ਼ਾਹ ਦੇ 9ਵੇਂ ਪਾਤਸ਼ਾਹ 'ਚ। ਉਹਦੇ ਖੱਬੇ ਪਾਸੇ ਉੱਪਰ ਪੁਲ ਨਹੀਂ ਚੜ੍ਹਨਾ, ਹੇਠਾਂ ਸੜਕ ਉਤਰਦੀ ਹੈ।
ਉਹ ਪੰਜੋਖੜਾ ਸਾਹਿਬ ਨੂੰ ਜਾਂਦੀ ਹੈ। ਅੱਗੇ ਰੇਲਵੇ ਲਾਈਨ ਹੁੰਦੀ ਹੈ, ਫਾਟਕ ਕ੍ਰਾਸ ਕਰਕੇ ਪੰਜੋਖੜਾ ਸਾਹਿਬ ਨੂੰ ਜਾਣਾ ਹੁੰਦਾ ਹੈ। ਪੰਜੋਖੜਾ ਸਾਹਿਬ ਆ ਗਏ ਹਨ। ਉਹ ਆਲੇ ਦੁਆਲੇ ਬਹੁਤ ਸਿੱਖ ਸ਼ਰਧਾਲੂ ਰਹਿੰਦੇ ਸਨ। ਉਹਨਾਂ ਬੇਨਤੀ ਕਰਕੇ ਰੋਕ ਲਿਆ ਵੀ ਕੁਝ ਦਿਨ ਸਾਡੇ ਕੋਲ ਠਹਿਰੋ। ਆਪ ਹੀ ਉੱਥੇ ਠਹਿਰ ਗਏ। ਸਿੱਖ ਆ ਰਹੇ ਨੇ, ਮੱਥੇ ਟੇਕ ਰਹੇ ਨੇ, ਆਪਣੀ ਮੰਗਾਂ ਪੂਰੀਆਂ ਕਰਵਾ ਰਹੇ ਹਨ। ਕਈ ਨੂੰ ਬੜਾ ਅਜੀਬ ਲੱਗਾ ਵੀ ਇਹ ਤਾਂ ਛੋਟਾ ਜਿਹਾ ਜਵਾਕ ਹੈ, ਇਹਨੂੰ ਕੀ ਗਿਆਨ ਹੋਏਗਾ। ਪੰਜੋਖੜ ਦੇ ਵਿੱਚ ਇੱਕ ਲਾਲ ਚੰਦ ਨਾਮ ਦਾ ਪੰਡਿਤ ਰਹਿੰਦਾ ਸੀ। ਉਹ ਸਿੱਖਾਂ ਨੂੰ ਕਿਹਾ ਕਰੇ, ਉਹ ਗਿਆਨ ਪ੍ਰਾਪਤ ਕਰਨ ਲਈ ਤਾਂ ਵੇਦ ਪੜ੍ਹਨੇ ਪੈਂਦੇ ਨੇ, ਸ਼ਾਸਤਰ ਪੜ੍ਹਨੇ ਪੈਂਦੇ ਨੇ। ਇਹ ਛੋਟੇ ਜਿਹੇ ਤਾਂ ਹੈਗੇ ਬੱਚੇ, ਇਹਨਾਂ ਨੇ ਕਿਹੜੇ ਵੇਦ ਸ਼ਾਸਤਰ ਪੜ੍ਹੇ ਹੋਣਗੇ, ਤੁਸੀਂ ਇਹਨਾਂ ਦੇ ਮਗਰ ਲੱਗੇ ਹੋਏ ਹੋਏ। ਉਹਨਾਂ ਕਿਸੇ ਨਾ ਕਿਸੇ ਆ ਕੇ ਗੁਰੂ ਮਹਾਰਾਜ ਦੱਸਦਾ ਵੀ ਇਸ ਤਰ੍ਹਾਂ ਇੱਕ ਲਾਲ ਚੰਦ ਬ੍ਰਾਹਮਣ ਹੈ, ਉਹਨੂੰ ਤੁਹਾਡੇ 'ਤੇ ਡਾਊਟ ਸ਼ੰਕਾ ਹੈ। ਕਹਿੰਦੇ ਪਏ ਉਹਨੂੰ ਸੱਦ ਲਓ। ਲਿਆਓ, ਸੱਦ ਕੇ ਉਹ ਲਾਲ ਚੰਦ ਆ ਗਿਆ। ਹਾਂ, ਕਹਿੰਦੇ ਪੰਡਤ ਜੀ ਬੋਲੋ, ਤੁਹਾਨੂੰ ਕੀ ਸ਼ੰਕਾ? ਕਹੇ ਜੀ ਮੈਨੂੰ ਸ਼ੰਕਾ ਇਹ ਹੈ ਕਿ ਤੁਸੀਂ ਗੁਰੂ ਬਣੇ ਹੋ। ਗੁਰੂ ਬਣਨ ਲਈ ਬਹੁਤ ਵਿਦਵਾਨ ਬੰਦਾ ਚਾਹੀਦਾ ਹੈ, ਜਿਹਨੂੰ ਜਿਹੜਾ ਵੇਦਾਂ ਸ਼ਾਸਤਰਾਂ ਦਾ ਗਿਆਨ ਹੋਵੇ, ਤਾਂ ਹੀ ਅੱਗੇ ਉਹ ਗਿਆਨ ਦੇ ਸਕਦਾ ਹੈ। ਕਹਿੰਦੇ ਬੋਲ, ਤੂੰ ਕੀ ਪੁੱਛਣਾ? ਕਹਿੰਦੇ ਮੈਂ ਤਾਂ ਤੁਹਾਨੂੰ ਤਾਂ ਮੰਨਾਂਗਾ ਜੇ ਤੁਸੀਂ ਗੀਤਾ ਦੇ ਸ਼ਲੋਕਾਂ ਦੇ ਅਰਥ ਕਰਕੇ ਮੈਨੂੰ ਸਮਝਾਓ। ਉਹ ਕਹਿੰਦੇ ਦੇਖ, ਜੇ ਅਸੀਂ ਅਰਥ ਕਰਤੇ ਨਾ ਤੇ ਤੂੰ ਇਹ ਮਨ 'ਚ ਸੋਚੇਂਗਾ ਵੀ ਇਹਨਾਂ ਦਾ ਪਿਤਾ ਗੁਰੂ ਸੀ, ਉਹਨੇ ਘਰ ਟੀਚਰ ਸੱਦ ਕੇ ਗਿਆਨ ਦਿਲਾਤਾ ਹੋਣਾ ਹੈ। ਤੂੰ ਇਸ ਤਰ੍ਹਾਂ ਕਰ, ਪਿੰਡ ਦੇ ਵਿੱਚ ਕੋਈ ਅਨਪੜ੍ਹ ਬੰਦਾ ਲੈ ਆ, ਅਸੀਂ ਉਸੇ ਤੋਂ ਕਰਵਾ ਦਾਂਗੇ। ਕਹਿੰਦੇ ਜੀ ਅਨਪੜ੍ਹ ਕਿਵੇਂ ਗੀਤਾ ਦੇ ਸ਼ਲੋਕ? ਕਹਿੰਦੇ ਇਸ ਗੱਲ ਤੋਂ ਕੀ ਲੈਣਾ? ਤੂੰ ਕੋਈ ਅਨਪੜ੍ਹ ਲੈ ਆ, ਅਸੀਂ ਉਸੇ ਤੋਂ ਕਰਵਾ ਦਾਂਗੇ, ਸਾਡੀ ਤਾਂ ਗੱਲ ਹੀ ਛੱਡ ਦੇ। ਉੱਥੇ ਛੱਜੂ ਝਿਓਰ ਸੀ, ਉਹ ਅਨਪੜ੍ਹ ਸੀ। ਇਤਿਹਾਸ ਤੁਹਾਨੂੰ ਗੁੰਗਾ ਵੀ ਲਿਖਿਆ ਹੋਇਆ, ਅਨਪੜ੍ਹ ਸੀ, ਉਹਨੂੰ ਲੈ ਵੀ ਅਨਪੜ੍ਹ ਇਹ ਕਿਵੇਂ ਕਰ ਦੇਗਾ ਸੰਸਕ੍ਰਿਤ ਦੇ ਸ਼ਲੋਕਾਂ ਦੇ ਅਰਥ। ਜਦੋਂ ਆਇਆ ਉਹਦੇ ਨਾ ਅੱਜ ਸਰੋਵਰ ਬਣ ਗਿਆ ਪੰਜੋਖੜਾ ਸਾਹਿਬ, ਉਦੋਂ ਛਪੜੀ ਹੁੰਦੀ ਸੀ। ਗੁਰੂ ਮਹਾਰਾਜ ਛਪੜੀ ਦੇ ਕੰਢੇ ਹੀ 'ਤੇ ਬੈਠੇ ਹੋਏ ਸਨ, ਸਾਰੀ ਸੰਗਤ ਬੈਠੀ ਹੋਈ ਸੀ। ਉਹਨੂੰ ਕਹਿੰਦੇ ਵੀ ਉਹ ਛਪੜੀ ਹੈ ਛੱਜੂ ਰਾਮ, ਉੱਥੇ 5 ਇਸ਼ਨਾਨਾ ਕਰ ਲਓ, 2 ਪੈਰ ਧੋਣੇ, 2 ਹੱਥ ਧੋਣੇ ਅਤੇ ਮੂੰਹ ਧੋਣਾ। ਇਹਨੂੰ ਕਹਿੰਦੇ ਨੇ 5 ਇਸ਼ਨਾਨਾ। 5 ਇਸ਼ਨਾਨਾ ਕਰਾ ਲਿਆ। ਵਧੀਆ ਥਾਂ 'ਤੇ ਆਪਣੇ ਕੋਲ ਛੱਜੂ ਝਿਓਰ ਨੂੰ ਬਿਠਾ ਲਿਆ ਹੈ 8ਵੇਂ ਪਾਤਸ਼ਾਹ ਨੇ। ਪੰਡਿਤ ਜੀ ਨੇ ਕਹਿੰਦੇ ਤੁਸੀਂ ਆਪਣੀ ਗੀਤਾ ਤਿਆਰ ਕਰ ਲਓ ਜੀ। ਉਹਨੇ ਵੀ ਸਟੈਂਡ 'ਤੇ ਆਪਣੀ ਗੀਤਾ ਰੱਖ ਲਈ, ਮੈਂ ਸ਼ਲੋਕ ਬੋਲਾਂਗਾ ਦੇਖਦਾ। ਗੁਰੂ ਮਹਾਰਾਜ ਨੇ ਆਪ ਹੀ ਜਿਹੜੀ ਸੋਟੀ ਸੀ ਕੋਲ, ਉਹ ਛੱਜੂ ਝਿਓਰ ਦੇ ਸਿਰ 'ਤੇ ਰੱਖਦੇ। ਜਿਉਂ ਹੀ ਸਿਰ 'ਤੇ ਰੱਖਿਓ ਤਾਂ ਕਪਾਟ ਖੁੱਲ੍ਹ ਗਿਆ, ਤਾਂ ਗਿਆਨ ਵਿਆਨ ਹੋ ਗਿਆ ਹੈ। ਕਹਿੰਦੇ ਬੋਲੋ ਪੰਡਿਤ ਜੀ, ਪੁੱਛੋ ਕੀ ਪੁੱਛਣਾ। ਉਹਨੇ ਗੀਤਾ ਦਾ ਸ਼ਲੋਕ ਬੋਲਿਆ ਸੰਸਕ੍ਰਿਤ ਦਾ। ਛੱਜੂ ਝਿਓਰ ਐਂ ਅਨੁਵਾਦ ਕਰੇ, ਇਸ ਤਰ੍ਹਾਂ ਅਰਥ ਕਰੇ ਜਿਵੇਂ ਬੜਾ ਵੱਡਾ ਵਿਦਵਾਨ ਹੋਵੇ ਸੰਸਕ੍ਰਿਤ ਦਾ। 5-6 ਵਾਰ ਪੰਡਿਤ ਜੀ ਨੇ ਪੁੱਛਿਆ, ਉਹਨੇ ਬਹੁਤ ਵਧੀਆ ਉੱਤਰ ਦਿੱਤੇ। ਪੰਡਿਤ ਨੇ ਆ ਕੇ ਮੱਥਾ ਟੇਕਿਆ 8ਵੇਂ ਪਾਤਸ਼ਾਹ ਨੂੰ, ਕਹਿੰਦੇ ਸੱਚੇ ਪਾਤਸ਼ਾਹ, ਤੁਹਾਡੀ ਸੋਟੀ ਵਿੱਚ ਹੀ ਇਤਨੀ ਤਾਕਤ ਹੈ ਕਿ ਤੁਸੀਂ ਇੱਕ ਅਨਪੜ੍ਹ ਬੰਦੇ ਨੂੰ ਬ੍ਰਹਮ ਗਿਆਨੀ ਬਣਾਤਾ, ਤੁਹਾਡੇ 'ਚ ਕਿੰਨੀ ਕੁ ਸ਼ਕਤੀ ਹੋਵੇਗੀ। ਵੀ ਤੁਸੀਂ ਤਾਂ ਇਹਦਾ ਮਤਲਬ ਬੇਅੰਤ ਸ਼ਕਤੀਆਂ ਦੇ ਮਾਲਕ ਹੋਵੋਗੇ ਅਗਰ ਤੁਹਾਡੀ ਸੋਟੀ 'ਚ ਇਹਦੀ ਸ਼ਕਤੀ ਹੈ। ਇਸ ਕਰਕੇ ਇਸ ਕੌਤਕ ਨੂੰ ਵੇਖ ਕੇ ਫਿਰ ਆਲੇ ਦੁਆਲੇ ਜਿੰਨੇ ਵੀ ਲੋਕ ਸਭ ਗੁਰੂ ਮਹਾਰਾਜ ਦੇ ਸ਼ਰਧਾਲੂ ਹੋ ਗਏ, ਕਿਉਂਕਿ ਮਨੁੱਖ ਕਿਸੇ ਨਾ ਕਿਸੇ ਗੱਲ ਤੋਂ ਪ੍ਰਭਾਵਿਤ ਹੁੰਦਾ, ਐਵੇਂ ਉਹ ਸ਼ਰਧਾਲੂ ਨਹੀਂ ਬਣਦਾ ਹੁੰਦਾ। ਸੋ ਗੁਰੂ ਮਹਾਰਾਜ ਤੋਂ ਚੱਲਦੇ ਚੱਲਦੇ ਰਾਹ 'ਚ ਰੁਕਦੇ ਰੁਕਦੇ ਜਿਹੜਾ ਹੈ ਦਿੱਲੀ ਪਹੁੰਚ ਗਏ। ਜਦੋਂ ਮਿਰਜ਼ਾ ਜੈ ਸਿੰਘ ਨੂੰ ਪਤਾ ਲੱਗਿਆ ਵੀ ਗੁਰੂ ਮਹਾਰਾਜ ਨੇੜੇ ਆ ਗਏ ਨੇ,
ਉਹ ਵੀ ਆਪਣੇ ਸੰਗੀਆਂ ਸਾਥੀਆਂ ਨੂੰ ਲੈ ਕੇ ਸਤਿਕਾਰ ਵਜੋਂ ਅੱਗੇ ਪਹੁੰਚਿਆ ਹੈ। ਗੁਰੂ ਮਹਾਰਾਜ ਨੂੰ ਨਾਲ ਲੈ ਕੇ ਮਿਰਜ਼ਾ ਜੈਸ ਆਪਣੇ ਬੰਗਲੇ 'ਚ ਆ ਗਿਆ। ਪੁਰਾਣੇ ਜ਼ਮਾਨੇ 'ਚ ਅਮੀਰਾਂ ਦੇ ਵੱਡੇ ਵੱਡੇ ਘਰਾਂ ਨੂੰ ਬੰਗਲੇ ਕਹਿੰਦੇ, ਜਿਹਨੂੰ ਅੱਜ ਕੱਲ੍ਹ ਕੋਠੀਆਂ ਕਹਿੰਦੇ ਨੇ। ਅੰਗਰੇਜ਼ ਵੀ ਇਹਨਾਂ ਬੰਗਲਿਆਂ 'ਚ ਹੀ ਰਿਹਾ ਕਰਦੇ ਸਨ। ਬੰਗਲੋ ਇੰਗਲਿਸ਼ ਦਾ ਸ਼ਬਦ ਹੈ, ਜਿਸ ਤੋਂ ਸੌਖਾ ਬਣਾ ਲਿਆ ਬੰਗਲਾ। ਸਾਰਿਆਂ ਨੇ ਮੱਥਾ ਟੇਕਿਆ। ਜਿਹੜੀ ਮਿਰਜ਼ਾ ਜੈਸ ਦੀ ਘਰ ਵਾਲੀ ਸੀ, ਰਾਣੀ ਜਿਹੜੀ ਖਵਾਂਦੀ ਸੀ, ਮਿਰਜ਼ਾ ਜੈਸ ਨੂੰ ਕਹਿੰਦਾ ਵੀ ਤੂੰ ਵੀ ਗੁਰੂ ਮਹਾਰਾਜ ਨੂੰ ਮੱਥਾ ਟੇਕ। ਕਹਿੰਦੇ ਮੈਂ ਤਾਂ ਪਹਿਲਾਂ ਇਹਨਾਂ ਦਾ ਇਮਤਿਹਾਨ ਲੈਣਾ ਵੀ ਇਹਨਾਂ 'ਚ ਕੋਈ ਦਮ ਵੀ ਹੈ ਕਿ ਕੱਲ੍ਹ ਦਾ ਜਵਾਕ ਹੀ ਹੈ। ਉਹ ਕਹਿੰਦੇ ਨਹੀਂ, ਗੁਰੂਆਂ ਪੀਰਾਂ ਦੇ ਇਮਤਿਹਾਨ ਨਹੀਂ ਲਿਆ ਕਰਦੇ ਹੁੰਦੇ। ਨਾ ਜੀ, ਤ੍ਰਿਆ ਹੱਠ ਹੈ। ਕਹਿੰਦੇ ਨਾ ਜੀ। ਕਹਿੰਦੇ ਤੂੰ ਕੀ ਇਮਤਿਹਾਨ ਲੈ ਗਏ? ਕਹਿੰਦੇ ਉਹਨਾਂ ਨੇ ਮੈਨੂੰ ਪਹਿਲਾਂ ਨਹੀਂ ਵੇਖਿਆ। ਨਾ ਮੈਂ ਉਹਨਾਂ ਨੂੰ ਵੇਖਿਆ, ਮੈਂ ਤਾਂ ਹੁਣ ਵੇਖਿਆ। ਮੈਂ ਆਪਣੀ 7-8 ਸਹੇਲੀਆਂ ਦੇ ਵਿੱਚ ਬੈਠਾਂਗੀ, ਅਗਰ ਉਹਨਾਂ ਨੇ ਕਹਿਤਾ ਕਿ ਮਿਰਜ਼ਾ ਜੈ ਸਿੰਘ ਆਹ ਤੇਰੀ ਘਰ ਵਾਲੀ, ਮੈਂ ਤਾਂ ਮੰਨਾਂਗੀ। ਇੱਕੋ ਜਿਹੇ ਸੁੰਦਰ ਕੱਪੜੇ ਆਪਣੀ ਸਹੇਲੀਆਂ ਨੂੰ ਗਹਿਣੇ ਗੋਣੇ ਪਾ ਕੇ ਬਹਿ ਗਈਆਂ ਨੇ। ਮਿਰਜ਼ਾ ਜੈ ਸਿੰਘ ਗਿਆ ਗੁਰੂ ਮਹਾਰਾਜ ਕੋਲ। ਕਹਿੰਦਾ ਜੀ ਮੈਂ ਆਪਣੀ ਘਰ ਨੂੰ ਬੜਾ ਸਮਝਾਇਆ ਸੀ, ਪਰ ਜ਼ਿੱਦ ਕਰ ਬੈਠੀ ਹੈ ਕਿ ਜੇ ਗੁਰੂ ਮਹਾਰਾਜ ਮੈਨੂੰ ਪਹਿਚਾਣ ਲੈਣ ਕਿ ਮਿਰਜ਼ਾ ਜੈ ਸਿੰਘ ਆਹ ਤੇਰੀ ਘਰ ਵਾਲੀ, ਮੈਂ ਤਾਂ ਮੰਨਾਂਗੀ। ਗੁਰੂ ਮਹਾਰਾਜ ਆਪਣੇ ਸੋਟੀ ਲਈ ਪਹਿਲੀ ਬੀਬੀ ਦੇ ਸਿਰ 'ਤੇ ਰੱਖਿਆ, ਕਦੇ ਕੱਚੀ। ਦੂਜੀ ਦੇ ਸਿਰ 'ਤੇ ਸੋਟੀ ਰੱਖੀ, ਕਦੇ ਵੀ ਕੱਚੀ। ਤੀਜੀ ਦੇ ਰੱਖੀ, ਕਦੇ ਵੀ ਕੱਚੀ। ਚੌਥੀ ਦੇ ਰੱਖੀ। ਐਂ 7-8 ਬੀਬੀਆਂ ਸਿਰ 'ਤੇ ਸੋਟੀ ਰੱਖੀ। ਜਦੋਂ ਮਿਰਜ਼ਾ ਜੈ ਸਿੰਘ ਦੀ ਘਰ ਵਾਲੀ ਦੇ ਸਿਰ 'ਤੇ ਸੋਟੀ ਰੱਖੀ, ਕਹਿੰਦੇ ਇਹ ਪੱਕੀ। ਬਸ ਫਿਰ ਚਰਨੀ ਟਹਿ ਪਈ। ਮਾਫੀ ਮੰਗਦੀ ਹੈ ਵੀ ਮੇਰੇ ਪਤੀ ਨੇ ਮੈਨੂੰ ਕਿਹਾ ਸੀ ਤੂੰ ਇਮਤਿਹਾਨ ਨਾ ਲੈ, ਪਰ ਮੈਂ ਹਟ ਕਰ ਰਿਹਾ, ਮੈਨੂੰ ਮਾਫ ਕਰ ਦਿਓ। ਗੁਰੂ ਮਹਾਰਾਜ ਨੂੰ ਘਰ ਰੱਖਿਆ। ਮਿਰਜ਼ਾ ਸਿੰਘ ਪਰਿਵਾਰ ਬੜੀ ਸੇਵਾ ਕਰਦਾ ਹੈ। ਸੇਵਾ ਕਰਦਿਆਂ ਕਰਦਿਆਂ ਇੱਕ ਦਿਨ ਮਿਰਜ਼ਾ ਜੈ ਸਿੰਘ ਦੀ ਘਰ ਵਾਲੀ ਕਹਿੰਦੀ, ਮਹਾਰਾਜ ਜੀ ਵੀ ਸਾਡੇ ਪੁੱਤਰ ਹੈ ਨਹੀਂ, ਵੀ ਪੁੱਤਰ ਦੀ ਬਖਸ਼ਿਸ਼ ਕਰੋ। ਗੁਰੂ ਮੈਂ ਵਰ ਦੇਤਾ, ਕੋਈ ਨਹੀਂ ਪਏ, ਅਗਲੇ ਸਾਲ ਤੁਹਾਡੇ ਘਰ ਪੁੱਤਰ ਹੋ ਜਾਏਗਾ। ਅਤੇ ਸਮਾਂ ਪਾ ਕੇ ਉਹਨਾਂ ਦੇ ਘਰ ਪੁੱਤਰ ਹੋ ਗਏ। ਔਰੰਗਜ਼ੇਬ ਨੂੰ ਜਦੋਂ ਪਤਾ ਲੱਗਾ ਵੀ ਇਹ ਤਾਂ ਪੌਣੇ ਕੁ 7 ਸਾਲ ਦਾ ਬੱਚਾ ਹੈ, ਇਸ ਤੋਂ ਕੀ ਖਤਰਾ, ਉਹਨੇ ਆਪਣੇ ਦਰਬਾਰ 'ਚ ਨਹੀਂ ਸੱਦਿਆ। ਆਪਣੇ ਪੁੱਤਰ ਨੂੰ ਭੇਜਿਆ ਜਿਹੜਾ ਉਹਨਾਂ ਦੀ ਉਮਰ ਦਾ ਹੀ ਸੀ। ਆਪਣੇ ਪੁੱਤਰ ਨੂੰ ਭੇਜਤਾ ਵੀ ਜਾ ਵੇਖ ਕੋਈ ਦਮ ਹੈ, ਵੀ ਫਿਰ ਤਾਂ ਮੰਨਾਂਗੇ। ਉਹ ਪੁੱਤਰ ਨੇ ਕਦੇ ਕਹਿਣਾ ਜੀ ਮੈਨੂੰ ਆਹ ਚੀਜ਼ ਚਾਹੀਦੀ ਹੈ, ਗੁਰੂ ਮਹਾਰਾਜ ਇਸ ਤਰ੍ਹਾਂ ਹੱਥ ਮਾਰਨਾ, ਲੈ ਭਰਾ ਆ ਲੈ। ਕਦੇ ਨੇ ਕਹਿ ਮੈਂ ਆਹ ਖਾਣਾ ਜੀ, ਗੁਰੂ ਐਂ ਹੱਥ ਮਾਰਨਾ, ਲੈ ਖਾ ਲੈ। ਹੁਣ ਜਾ ਕੇ ਦੱਸਣਾ ਆਪਣੇ ਬਾਪ ਔਰੰਗਜ਼ੇਬ ਨੂੰ ਕਿ ਉਹ ਛੋਟੇ ਬੱਚੇ ਪਿੱਛੇ ਕੋਈ ਨਹੀਂ, ਉਹ ਬੜੀਆਂ ਸ਼ਕਤੀਆਂ ਦੇ ਮਾਲਕ ਨੇ। ਉਹ ਤਾਂ ਹੱਥ ਮਾਰਦੇ, ਮੈਂ ਜੀ ਬਰਫੀ ਖਾਣੀ ਹੈ, ਹੱਥ ਮਾਰਦੇ, ਲੈ ਕਾਕਾ ਬਰਫੀ ਖਾ ਲੈ। ਚਲੋ ਉਹ ਆਉਂਦਾ ਜਾਂਦਾ ਰਹਿੰਦਾ ਸੀ। ਬੱਚੇ ਆਪਸ 'ਚ ਪ੍ਰੇਮ ਹੋ ਗਿਆ ਵੀ ਜੋ ਆਈ ਜਾਈ ਜਾਈ। ਇੰਨੇ ਚਿਰ ਨੂੰ ਦਿੱਲੀ ਦੇ ਵਿੱਚ ਚੀਚਕ ਫੈਲ ਗਈ, ਜਿਹਨੂੰ ਮਾਤਾ ਵੀ ਕਹਿੰਦੇ ਪਿੰਡਾਂ 'ਚ। ਚੀਚਕ ਫੈਲ ਗਈ। ਅੱਜ ਤਾਂ ਉਹਦਾ ਥੋੜ੍ਹਾ ਬਹੁਤ ਇਲਾਜ ਹੈ, ਪੁਰਾਣੇ ਜ਼ਮਾਨੇ 'ਚ ਇਲਾਜ ਹੀ ਕੋਈ ਨਹੀਂ ਸੀ ਹੁੰਦਾ। ਮਰ ਜਾ ਕਹਿੰਦੇ ਬਹੁਤ ਸਾਰੇ ਲੋਕ। ਗੁਰੂ ਮਹਾਰਾਜ ਨੇ ਆਪਣੇ ਸਿੱਖਾਂ ਸ਼ਰਧਾਲੂਆਂ ਨੂੰ ਜਿਹੜੇ ਦਿੱਲੀ ਦੇ ਵਿੱਚ ਸਾਰਿਆਂ ਨਾਲ ਲਿਆ ਅਤੇ ਜਿਨ੍ਹਾਂ ਇਲਾਕਿਆਂ ਦੇ ਵਿੱਚ ਚੀਚਕ ਫੈਲੀ ਸੀ, ਉੱਥੇ ਜਾ ਕੇ ਬਿਮਾਰਾਂ ਦੀ ਸੇਵਾ ਕਰਨੀ ਸ਼ੁਰੂ ਕਰਤੀ। ਉੱਥੇ ਲੰਗਰ ਲਾਤੇ। ਡਾਕਟਰਾਂ ਤੋਂ ਦਵਾਈਆਂ ਖਰੀਦ ਕੇ ਉਹਨਾਂ ਨੂੰ ਦੇਣੀਆਂ ਸ਼ੁਰੂ ਕਰ ਦਿੱਤੀਆਂ। ਡਾਕਟਰੀ ਇਲਾਜ ਵੀ ਜਿੰਨਾ ਕੁ ਉਸ ਵੇਲੇ ਸੀ ਹੋਣਾ ਸ਼ੁਰੂ ਹੋ ਗਿਆ। ਲੰਗਰ ਪਾਣੀ ਉਹਨਾਂ ਨੂੰ ਮਿਲਣਾ ਸ਼ੁਰੂ ਹੋ ਗਿਆ। 8 ਮਹੀਨੇ ਇਸ ਤਰ੍ਹਾਂ ਰਿਹਾ। ਔਰੰਗਜ਼ੇਬ ਬੜਾ ਖੁਸ਼ ਹੈ ਕਿ ਇਹਨਾਂ ਨੇ ਆ ਕੇ ਮੇਰੀ ਦਿੱਲੀ ਦੇ ਲੋਕਾਂ ਨੂੰ ਜਿਹੜਾ ਹੈ ਇੰਨੀ ਰਾਹਤ ਦਿੱਤੀ ਹੈ। ਸਮਾਂ ਪਾ ਕੇ, ਕਿਉਂਕਿ ਜਿਹੜੀ ਚੇਚਕ ਹੈ ਬੱਚਿਆਂ ਨੂੰ ਛੇਤੀ ਹੁੰਦੀ ਹੈ। ਆਓ ਉਸ ਵੇਲੇ ਆਪ ਜੀ ਕੋਈ 7 ਸਾਲ ਦੇ ਸਨ, 7.5 ਸਾਲ ਦੇ ਸਨ ਜਦੋਂ ਚੀਚਕ ਹੋ ਗਈ। ਜਦੋਂ ਚੀਚਕ ਫੈਲੀ
8.25 ਸਾਲ ਦੇ ਸਨ ਜਦੋਂ ਇਹਨਾਂ ਨੂੰ ਚੀਚਕ ਆਪ ਨੂੰ ਹੋ ਗਈ। ਗੁਰੂ ਮਹਾਰਾਜ ਨੇ ਸੋਚਿਆ ਕਿ ਜੇ ਮੈਂ ਰਾਜਾ ਜੈ ਸਿੰਘ ਦੇ ਘਰ ਰਹਿਣਾ, ਕਿਤੇ ਮੇਰੇ ਤੋਂ ਲਾਗ, ਇਹ ਲਾਗ ਦੀ ਬਿਮਾਰੀ ਹੁੰਦੀ, ਇੱਕ ਤੋਂ ਦੂਜੇ ਨੂੰ, ਦੂਜੇ ਨੂੰ ਤੀਜੇ ਨੇ ਹੋ ਜਾਂਦੀ, ਬਈ ਕਿਤੇ ਇਹਨਾਂ ਦਾ ਪਰਿਵਾਰ ਦਾ ਕੋਈ ਜੀਅ ਬਿਮਾਰ ਨਾ ਹੋ ਜੇ, ਕਹਿਣਗੇ ਅਸੀਂ ਚੰਗਾ ਗੁਰੂ ਨੂੰ ਘਰ ਰੱਖਿਆ, ਇਹ ਆਪ ਤੇ ਬਿਮਾਰ ਹੈ, ਸਾਨੂੰ ਵੀ ਬਿਮਾਰ ਕਰ ਗਿਆ ਹੈ। ਇਸ ਲਈ ਗੁਰੂ ਮਹਾਰਾਜ ਸਿੱਖਾਂ ਨੂੰ ਹੁਕਮ ਕੀਤਾ ਕਿ ਜਮਨਾ ਨਦੀ ਦੇ ਕੰਢੇ ਜਾ ਕੇ ਟੈਂਟ ਲਾਓ। ਉਹਨਾਂ ਕੋਈ ਵਧੀਆ ਥਾਂ ਵੇਖ ਕੇ ਉੱਥੇ ਜਾ ਕੇ ਟੈਂਟ ਲਾਤਾ। ਗੁਰੂ ਮਹਾਰਾਜ ਦੇ ਮਾਤਾ ਜੀ, ਕੁਝ ਸਿੱਖ ਉੱਥੇ ਚਲੇ ਗਏ। ਗੁਰੂ ਮਹਾਰਾਜ ਉੱਥੇ ਰਹੇ। ਬਿਮਾਰੀ ਘਟੀ ਨਹੀਂ, ਦਿਨੋਂ ਦਿਨ ਵੱਧਦੀ ਗਈ ਹੈ। ਸਮਾਂ ਪਾ ਕੇ ਗੁਰੂ ਮਹਾਰਾਜ ਨੇ ਦੇਖਿਆ ਵੀ ਸਾਡਾ ਅੰਤਮ ਸਮਾਂ ਆ ਗਿਆ ਹੈ। ਸਿੱਖਾਂ ਨੇ ਪੁੱਛਿਆ, ਮਹਾਰਾਜ ਜੀ ਵੀ ਸਾਨੂੰ ਕਿਹਦੇ ਲੜ ਲਾ ਚੱਲੇ ਹੋ? ਉਸ ਵੇਲੇ ਆਪ ਜੀ ਨੂੰ ਇੰਨਾ ਬੁਖਾਰ ਚੜ੍ਹਿਆ ਹੋਇਆ ਸੀ ਕਿ ਆਪ ਜੀ ਨੇ ਆਪਣੇ ਹੱਥ ਵਿੱਚ ਨਾਰੀਅਲ ਦੇ 5 ਪੈਸੇ ਫੜ ਕੇ ਨਾ ਐਂ 3 ਵਾਰੀ ਘੁਮਾਤੇ ਨੇ, ਕਿਉਂਕਿ ਉੱਠ ਕੇ ਪਰਿਕਰਮਾ ਕਰਨ ਜੋਗੇ ਨੇ ਨਾ ਕੋਈ ਉੱਥੇ ਗੁਰੂ ਬੈਠੇ ਜੀ ਪਰਿਕਰਮਾ ਕਰ, ਅਤੇ ਸਿਰਫ ਇੰਨੀ ਕਹਿ ਬਾਬਾ ਬਕਾਲੇ, ਇਹ ਕਹਿ ਕੇ ਸਰੀਰ ਤਿਆਗ ਦਿੱਤਾ। ਜਦੋਂ ਸਰੀਰ ਤਿਆਗ ਦਿੱਤਾ, ਔਰੰਗਜ਼ੇਬ ਨੂੰ ਪਤਾ ਲੱਗਾ ਵੀ ਗੁਰੂ ਮਹਾਰਾਜ ਸਰੀਰ ਤਿਆਗ ਤੇ, ਉਹ ਅਫਸੋਸ ਕਰਨ ਆਇਆ, ਅਫਸੋਸ ਕਰਨ ਆਇਆ। ਗੁਰੂ ਮਹਾਰਾਜ ਦੀ ਮਾਤਾ ਨੂੰ ਕਹਿੰਦਾ ਵੀ ਮੈਂ ਇਹ ਗੁਰੂ ਮਹਾਰਾਜ ਦੇ ਦਰਸ਼ਨ ਕਰਨੇ। ਆਮ ਕੀ ਡੈਡ ਬੋਡੀ ਦੇ ਦਰਸ਼ਨ ਕਰਦੇ ਕੱਪੜਾ ਚੱਕ। ਜਦੋਂ ਔਰੰਗਜ਼ੇਬ ਨੇ ਕੱਪੜਾ ਚੱਕਿਆ ਨਾ, ਗੁਰੂ ਮਹਾਰਾਜ ਸਰੀਰ ਤੋਂ ਕੀ ਵੇਖਦਾ, ਹੇਠਾਂ ਵੱਡਾ ਸਾਰਾ ਖੂਹ ਹੈ ਔਰ ਚਾਨਣ ਨਾਲ ਭਰਿਆ ਹੋਇਆ ਹੈ। ਉਹ ਤੇ ਘਬਰਾ ਗਿਆ, ਉਹਨੇ ਫਟਾਫਟ ਉੱਪਰ ਕੱਪੜਾ ਦਿੱਤਾ ਅਤੇ ਆਗਿਆ ਲੈ ਕੇ ਘਰ ਨੂੰ ਤੁਰ ਗਿਆ। ਇਸ ਪ੍ਰਕਾਰ ਗੁਰੂ ਮਹਾਰਾਜ ਉਸ ਵੇਲੇ ਸਿਰਫ ਪੌਣੇ 8 ਸਾਲ ਦੇ ਸਨ। 5.25 ਸਾਲ ਦੀ ਉਮਰ 'ਚ ਗੁਰੂ ਬਣੇ ਅਤੇ ਪੌਣੇ 8 ਸਾਲ ਦੀ ਉਮਰ 'ਚ ਆਪ ਨੇ 3 ਵਿਸਾਖ 1664 ਈਸਵੀ ਨੂੰ 56 'ਚ ਪੈਦਾ ਹੋਏ ਸਨ। 8 ਸਾਵਣ 1556 'ਚ ਪੈਦਾ ਹੋਏ ਅਤੇ 1656 'ਚ ਪੈਦਾ ਹੋਏ ਅਤੇ 3 ਵਿਸਾਖ 1664 ਈਸਵੀ 'ਚ ਆਪ ਜੀ ਨੇ ਸਰੀਰ ਤਿਆਗ ਤੇ ਜੋਤੀ ਜੋਤ ਸਮਾ ਗਏ। ਉਹਨਾਂ ਦੀ ਯਾਦ ਦੇ ਵਿੱਚ ਦਿੱਲੀ 'ਚ 2 ਗੁਰਦੁਆਰਾ ਸਾਹਿਬ ਬਣੇ ਹੋਏ ਹਨ। ਇੱਕ ਬੰਗਲਾ ਸਾਹਿਬ ਗੁਰਦੁਆਰਾ, ਜਿੱਥੇ ਉਹ ਮਿਰਜ਼ਾ ਜੈ ਸਿੰਘ ਦੇ ਘਰ ਰਹੇ। ਇੱਕ ਜਿੱਥੇ ਉਹਨਾਂ ਨੇ ਸਰੀਰ ਤਿਆਗਿਆ, ਬਾਲਾ ਸਾਹਿਬ ਗੁਰਦੁਆਰਾ। 2 ਗੁਰਦੁਆਰਾ ਸਾਹਿਬ ਉਹਨਾਂ ਦੀ ਯਾਦ 'ਚ ਉੱਥੇ ਬਣੇ ਹੋਏ ਨੇ। ਜਦੋਂ ਆਪਾਂ ਅਰਦਾਸ ਕਰਦੇ ਹਾਂ, ਪ੍ਰਿਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਤੇ ਗੁਰ ਅਮਰਦਾਸ ਰਮਦਾਸੈ ਹੋਏ ਸਹਾਏ, ਅਰਜਨ ਹਰਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ। ਇਹ 10ਮ ਪਾਤਸ਼ਾਹ ਦੀ ਭਗਤੀ ਹੈ। 9ਵੇਂ ਪਾਤਸ਼ਾਹ 10ਮ ਪਾਤਸ਼ਾਹ ਨੇ ਲਿਖਿਆ ਸੀ। ਬਾਕੀ ਅੱਗੇ ਜਿਹੜੀ ਹੈ ਜਿੰਨੀ ਹੈ ਅਰਦਾਸ, ਉਹ ਸਿੰਘਾਂ ਨੇ ਲਿਖੀ ਬਾਅਦ ਦੇ ਵਿੱਚ। 10ਵੇਂ ਪਾਤਸ਼ਾਹ ਨੇ ਨਹੀਂ ਲਿਖਿਆ, ਤੇਗ ਬਹਾਦਰ ਸਿਮਰਿਆ ਕਰ ਨੌ ਨਿੱਧਾ ਵੈ ਧਾਏ, ਸਭ ਥੁਆਈ ਹੋਏ ਸਹਾਏ। ਅੱਗੇ ਫਿਰ ਆਪਾਂ ਲਾਇਆ 10ਵੇਂ ਪਾਤਸ਼ਾਹ, ਧਿਆਨ ਤੇ ਬੋਲੋ ਇਹ ਹੁਣ ਧਿਆਨ ਦੇਣਾ। ਲੋਕ ਤਸਵੀਰਾਂ ਘਰ 'ਚ ਲਾਈਆਂ ਹੋਏ ਨੇ, ਪੜ੍ਹ ਲੈਂਦੇ ਨੇ ਬਸ, ਉੱਤੇ ਪੜ੍ਹ ਲੈ। 8ਵੇਂ ਪਾਤਸ਼ਾਹ ਹਰ ਤਸਵੀਰ 'ਤੇ ਤਕਰੀਬਨ ਲਿਖਿਆ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ। ਬਹੁਤਿਆਂ ਤਾਂ ਪਤਾ ਨਹੀਂ ਉਹਨੂੰ ਧਿਆਉਣਾ ਕਿਵੇਂ ਹੈ, ਉਹਨੂੰ ਦੇਖਣਾ ਕਿਵੇਂ ਹੈ। ਅਗਲਾ ਕਹਿੰਦਾ ਤਾਂ ਜੀ ਜਦੋਂ ਜਿਉਂਦੇ ਸਨ ਉਹਨਾਂ ਨੂੰ ਪੁੱਛੇ ਭਲੇ ਮਾਨਸ ਸਨ ਵੀ ਕੀ 10ਮ ਪਾਤਸ਼ਾਹ ਵੇਲੇ 8ਵੇਂ ਪਾਤਸ਼ਾਹ ਜਿਉਂਦੇ ਸਨ? ਜਿਨ੍ਹਾਂ ਲਿਖਿਆ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ, ਵੀ ਕੀ ਉਦੋਂ ਜਿਉਂਦੇ ਸਨ ਉਹ, ਜਿਹਨੇ ਕਿਹਾ ਵੀ ਉਹਨਾਂ ਨੂੰ ਦੇਖ ਕੇ ਦੁੱਖ ਦੂਰ ਹੋ ਜਾਂਦੇ। ਬੜੇ ਸਾਲਾਂ ਦੀ ਗੱਲ ਹੈ। ਸਾਡੀ ਕਲੋਨੀ 'ਚ ਇੱਕ ਬੀਬੀ ਮੇਰੇ ਕੋਲ ਆ ਗਈ। ਉਹਦਾ ਘਰ ਵਾਲਾ ਜੇਈ ਸੀ ਬਿਜਲੀ ਬੋਰਡ ਦੇ ਵਿੱਚ। ਕਹਿੰਦੀ ਬਾਬਾ ਜੀ ਮੇਰੇ ਘਰ ਵਾਲਾ ਡਿਪਰੈਸ਼ਨ ਹੋ ਗਿਆ, 3 ਮਹੀਨੇ ਹੋ ਗਏ, ਇਹ ਦਫ਼ਤਰ 'ਚ ਨਹੀਂ ਜਾ ਰਹੇ।
ਕਿਤੇ ਅਜਿਹਾ ਨਾ ਹੋਵੇ ਵੀ ਇਹਨਾਂ ਨੂੰ ਡਿਸਮਿਸ ਹੀ ਨਾ ਕਰ ਦੇਣ ਹੋਵੇ। ਮੈਂ ਕਿਹਾ ਬੀਬਾ ਇਸ ਤਰ੍ਹਾਂ ਤੁਸੀਂ ਕਰੋ, ਦੂਖ ਨਿਵਾਰਨ ਸਾਹਿਬ ਜਾਓ, ਉੱਥੇ ਤਸਵੀਰਾਂ ਦੀਆਂ ਦੁਕਾਨਾਂ ਨੇ, 8ਵੇਂ ਪਾਤਸ਼ਾਹ ਦੀ ਤਸਵੀਰ ਇੱਕ ਖਰੀਦ ਕੇ ਲਿਆਓ, ਜੜੀ ਹੋਈ ਹੋਣੀ ਚਾਹੀਦੀ ਫਰੇਮ ਦੇ ਵਿੱਚ, ਜਿਸ ਦੇ ਉੱਤੇ ਆਹ ਲਿਖਿਆ ਹੋਇਆ ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ, ਇਹ ਲਿਖਿਆ ਹੋਣਾ ਚਾਹੀਦਾ। ਉਹ ਲੈ ਆਈ। ਮੈਂ ਤੁਸੀਂ ਇਸ ਤਰ੍ਹਾਂ ਕਰਿਓ, ਕੱਲ੍ਹ ਨੂੰ ਸਵੇਰੇ ਤੁਸੀਂ ਇਸ਼ਨਾਨ ਕਰਨਾ ਹੈ, ਇਸ਼ਨਾਨ ਕਰਕੇ ਧੋਤੇ ਹੋਏ ਕੱਪੜੇ ਪਾਉਣੇ, ਰਾਤ ਵਾਲੇ ਨਹੀਂ ਪਾਉਣੇ, ਧੋਤੇ ਹੋਏ ਕੱਪੜੇ ਪਾਉਣੇ। ਕੰਧ ਦੇ ਨਾਲ ਥੋੜ੍ਹੀ ਦੂਰੀ ਛੱਡ ਕੇ ਇੱਕ ਆਸਣ ਵਿਛਾ ਲੈਣਾ ਹੈ। ਉਸ ਆਸਣ ਦੇ ਉੱਤੇ ਕੰਧ ਦੇ ਨਾਲ ਢੋਲ ਲਾ ਕੇ ਇਹ ਤਸਵੀਰ ਰੱਖ ਦੇਣੀ ਹੈ 8ਵੇਂ ਪਾਤਸ਼ਾਹ ਦੀ। ਤਸਵੀਰ ਦੇ ਸਾਹਮਣੇ ਬਾਟੀ ਦੇ ਵਿੱਚ ਤੁਸੀਂ ਕੁਝ ਪਾਣੀ ਰੱਖ ਲੈਣਾ, ਜਿੰਨਾ ਕਿ ਤੁਹਾਡੇ ਪਤੀ ਨੇ ਪੀਣਾ। ਫਿਰ ਆਪ ਨੇ ਉਹ ਤਸਵੀਰ ਵੱਲ ਮੂੰਹ ਕਰਕੇ ਜੋ ਉਸ 'ਤੇ ਲਿਖਿਆ ਹੋਇਆ ਹੈ ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ, ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ, 1 ਘੰਟਾ ਬਸ ਐਂ ਪੜ੍ਹੀ ਜਾਣਾ। ਫਿਰ 8ਵੇਂ ਪਾਤਸ਼ਾਹ ਨੂੰ ਕਹਿਣਾ ਕਿ ਮੇਰੇ ਪਤੀ ਨੂੰ ਤੰਦਰੁਸਤ ਕਰੋ, ਫਿਰ ਉਹ ਪਾਣੀ ਉਸ ਨੂੰ ਪਿਲਾਉਣਾ। ਤੁਸੀਂ ਹੈਰਾਨ ਹੋਵੋਗੇ, 40 ਦਿਨਾਂ ਦੇ ਵਿੱਚ ਹੀ ਉਹ ਬੰਦਾ ਤੰਦਰੁਸਤ ਹੋ ਕੇ ਡਿਊਟੀ ਜੁਆਇਨ ਕਰ ਲਈ। ਅਤੇ ਮੇਰਾ ਧੰਨਵਾਦ ਕਰਨਾ ਹੈ। ਮੈਂ ਭਾਈ ਨਹੀਂ, ਮੈਂ ਤਾਂ ਸਿਰ ਢੰਗ ਤਰੀਕਾ ਦੱਸਿਆ, ਠੀਕ ਕਰਨ ਵਾਲੇ 8ਵੇਂ ਪਾਤਸ਼ਾਹ ਨੂੰ। ਅਸੀਂ ਤਜਰਬੇ ਹੀ ਨਹੀਂ ਕਰਦੇ, ਬਸ ਤਸਵੀਰ 'ਤੇ ਪੜ੍ਹ ਲਿਆ ਹੈ। ਹੁਣ ਇੱਕ ਬੰਦਾ ਭੁੱਖਾ ਨੰਗਾ ਮਰ ਰਿਹਾ ਵੀ ਤੇਰੇ ਘਰ 'ਚ ਗੁਰੂ ਤੇਗ ਬਹਾਦਰ ਮਹਾਰਾਜ ਦੀ ਤਸਵੀਰ ਹੈ ਅਤੇ ਤੂੰ ਗਰੀਬ ਹੈ, ਅਤੇ 10ਵੇਂ ਪਾਤਸ਼ਾਹ ਕਹਿੰਦੇ ਤੇਗ ਬਹਾਦਰ ਸਿਮਰਿਆ ਕਰ ਨੌ ਨਿਧ ਆਵੈ ਧਾਏ। ਧਾਏ ਹੁੰਦਾ ਭੱਜੇ ਆਉਂਦੇ ਨੇ ਧਨ ਦੌਲਤ। 9ਵੇਂ ਪਾਤਸ਼ਾਹ ਨੂੰ ਧਿਆਉਣ ਨਾਲ ਤੁਹਾਡੇ ਘਰ ਧਨ ਦੌਲਤ ਭੱਜੀ ਆਵੇਗੀ। ਹਰ ਇੱਕ ਨੂੰ ਪਤਾ ਨਹੀਂ ਹੁਣ ਧਿਆਉਣਾ ਕਿਵੇਂ ਹੈ। ਬਾ ਪੜ੍ਹ ਲਿਆ, ਛੱਡ ਤਾ ਉੱਥੇ ਕੰਮ। ਅਸੀਂ ਕੋਈ ਫਾਇਦਾ ਹੀ ਨਹੀਂ ਉਠਾਉਂਦੇ, ਸਾਨੂੰ ਗਿਆਨ ਹੀ ਨਹੀਂ ਹੈਗਾ, ਸ਼ਾਇਦ ਕੋਈ ਸਾਨੂੰ ਦੱਸਦਾ ਹੀ ਨਹੀਂ ਹੈਗਾ। ਅਤੇ ਗੁਰੂ ਤੇਗ ਬਹਾਦਰ ਦੀ ਤਸਵੀਰ ਉਸੇ ਤਰ੍ਹਾਂ ਜੇ ਮੈਂ ਦੱਸਿਆ 8ਵੇਂ ਪਾਤਸ਼ਾਹ ਉਸ ਤਰ੍ਹਾਂ ਰੱਖ ਲਓਗੇ। ਆਹੀ 10ਵੇਂ ਪਾਤਸ਼ਾਹ ਦੀ ਪੰਕਤੀ ਬੋਲੀ ਜਾਣੀ, ਤੇਗ ਬਹਾਦਰ ਸਿਮਰਿਆ ਕਰ ਨੌ ਨਿਧ ਆਵੈ ਧਾਏ, ਤੇਗ ਬਹਾਦਰ ਸਿਮਰਿਆ ਕਰ ਨੌ ਨਿਧ ਆਵੈ ਧਾਏ। ਹਰ ਰੋਜ਼ 1 ਘੰਟਾ ਖਿਆਲ ਰੱਖਣਾ। ਜਿਹੜਾ ਚਲੀਹਾ ਹੁੰਦਾ ਨਾ, ਇਹ 'ਚ ਰਾਤ ਵਾਲੇ ਕੱਪੜੇ ਨਹੀਂ ਪਾਏ ਜਾਂਦੇ। ਮਹਾਂਪੁਰ ਕਹਿੰਦੇ ਚਲੀਹੇ ਵਾਲੇ ਕੱਪੜੇ ਨੂੰ ਨਾ ਆਡੀ ਕਿੱਲੀ 'ਤੇ ਟੰਗ ਦੇਣ। ਅੱਜ ਸਵੇਰੇ ਤੁਸੀਂ ਘੰਟਾ ਪਾ ਲੈਣਾ, ਉਸੇ ਵੇਲੇ ਲਾ ਕੇ ਉਹਨਾਂ ਨੂੰ ਕਿੱਲੀ 'ਤੇ ਟੰਗ ਦਿਓ, ਬਾਕੀ ਕੱਪੜੇ ਪਾ ਲਓ। ਰਾਤ ਵਾਲੇ ਕੱਪੜੇ ਜਿਹੜੇ ਨੇ ਉਹ ਸਵੇਰੇ ਨਹੀਂ ਪਾਉਣੇ, ਭਾਵੇਂ ਸਾਫ ਸੁਥਰੇ ਹੋਣ। ਜਦੋਂ 4-5 ਦਿਨਾਂ ਬਾਅਦ ਉਹ ਕੱਪੜੇ ਸਫਰ ਕੇ ਥੋੜ੍ਹੇ ਮੈਲੇ ਹੋਣ ਲੱਗੇ ਨੇ, ਘੰਟਾ ਆਪਾਂ ਪਾਏ ਰੋਜ਼, ਫਿਰ ਹੋਰ ਕੱਪੜੇ ਪਾ ਲਓ। 40 ਦਿਨ ਸੁੱਚੇ ਕੱਪੜੇ ਪਾਉਣੇ, ਨਹਾ ਧੋ ਕੇ ਇਹ ਕਰਨਾ, ਅਤੇ ਫਿਰ ਆਪੇ ਹੌਲੀ ਹੌਲੀ ਫਰਕ ਪੈਣਾ ਸ਼ੁਰੂ ਹੋ ਜਾਣਾ। ਗੁਰੂ ਮਹਾਰਾਜ ਕਿਰਪਾ ਕਰ ਦੇਣਾ। ਇਤਿਹਾਸ ਇਹਨਾਂ ਗੱਲਾਂ ਦਾ ਗਵਾਹ ਹੈ। 9ਵੇਂ ਪਾਤਸ਼ਾਹ ਦੇ ਦਰਬਾਰ 'ਚ ਮੱਧ ਪ੍ਰਦੇਸ਼ ਦਾ ਇੱਕ ਆ ਗਿਆ ਦੁਕਾਨਦਾਰ ਬਿਸ਼ੰਬਰ ਦਾਸ, ਕਹਿੰਦੇ ਜੀ ਮੈਂ ਗਰੀਬ ਦੁਕਾਨਦਾਰ ਹਾਂ, ਗਰੀਬੀ ਦੂਰ ਨਹੀਂ ਹੋ ਰਹੀ। 9ਵੇਂ ਪਾਤਸ਼ਾਹ ਕਹਿੰਦੇ ਜਪਜੀ ਸਾਹਿਬ ਆਉਂਦਾ? ਕਹਿੰਦਾ ਆਉਂਦਾ ਹੈ ਜੀ, ਪੜ੍ਹਨਾ। ਆਨੰਦ ਸਾਹਿਬ ਦੀਆਂ 40 ਪੌੜੀਆਂ ਪੜ੍ਹਨੀ ਆਉਂਦੀ? ਕਹਿੰਦਾ ਪੜ੍ਹਨੀ ਆਉਂਦੀਆਂ। ਗੁਟਕਾ ਹੈਗਾ ਘਰ 'ਚ? ਕਹਿੰਦੇ ਹੈਗਾ। ਕਹਿੰਦੇ ਐਂ ਕਰੀ ਘਰ ਜਾ ਕੇ ਇੱਕ ਲੱਕੜੀ ਦੀ ਚੌਂਕੀ ਤਿਆਰ ਕਰ ਲਈ, ਫਿਰ ਘਰ ਦੇ ਜੀਆਂ ਜੋਗੀ ਦੇਗ ਬਣਾਉਣੀ ਹੈ। ਉਹ ਦੇਗ ਬਾਹਰ ਨਹੀਂ ਵਰਤਾਣੀ ਚਲੀਹੇ ਵਾਲੀ, ਉਹ ਘਰ ਦੇ ਜੀਆਂ ਉਹ ਨਹੀਂ ਕੀ ਦੇਗ ਬਣਾਉਣੀ। ਦੇਗ ਸਾਫ ਸੁਥਰੇ ਭਾਂਡੇ 'ਚ ਪਾ ਕੇ ਉਹਨੂੰ ਉਸ ਚੌਂਕੀ 'ਤੇ ਰੱਖ ਲਓ, ਉੱਤੋਂ ਸਾਫ ਸੁਥਰੇ ਕੱਪੜੇ ਨਾਲ ਢੱਕ ਦਿਓ। ਚੌਂਕੀ ਦੇ ਸਾਹਮਣੇ ਆਪਣਾ ਆਸਣ ਲਾ ਲਓ, ਕੋਈ ਤਹਿ ਲਾ ਲਓ, ਕੱਪੜਾ ਚੌੜਾ, ਵੀ ਆਰਾਮ ਨਾਲ ਤੁਸੀਂ ਬੈਠ ਸਕੋ। ਦੇਗ ਵੱਲ ਨੂੰ ਮੂੰਹ ਕਰਕੇ ਜਪਜੀ ਸਾਹਿਬ ਦਾ ਪਾਠ ਕਰਨਾ ਅਤੇ ਆਨੰਦ ਸਾਹਿਬ ਦਾ ਪਾਠ ਕਰਨਾ। ਰੋਜ਼ ਪਾਠ ਕਰਕੇ ਫਿਰ ਖੜ੍ਹੇ ਹੋ ਕੇ ਅਰਦਾਸ ਕਰਨੀ, ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਮੇਰੀ ਗਰੀਬੀ ਦੂਰ ਕਰੋ, ਮੇਰੀ ਕਮਾਈ 'ਚ ਵਾਧਾ ਕਰੋ। 40 ਦਿਨ ਤੂੰ ਇਸ ਤਰ੍ਹਾਂ ਕਰ।
बस उसदे बाद फिर रौनक लगनी शुरू हो गई। ਉਹੀ ਬਿਸ਼ੰਬਰ ਦਾਸ ਇੱਕ ਦਿਨ ਹੈ, ਉਜੈਨ ਸ਼ਹਿਰ ਹੈ ਮੱਧ ਪ੍ਰਦੇਸ਼, ਉਜੈਨ ਸ਼ਹਿਰ ਦਾ ਸੇਠ ਬਿਸ਼ੰਬਰ ਦਾਸ ਕਰਕੇ ਪ੍ਰਸਿੱਧ ਹੋ ਗਿਆ ਹੈ। ਇਹ ਗੁਰੂਆਂ ਅਤੇ ਬਾਣੀ 'ਚ ਇੰਨੀ ਤਾਕਤ ਹੈ। ਐਵੇਂ ਨਹੀਂ ਅਸੀਂ ਬਾਣੀ 30 ਸਾਲਾਂ ਤੋਂ ਪੜ੍ਹਾ ਰਹੇ, ਬਾਣੀ ਨੇ ਸਾਡੀ ਕਿਸਮਤ ਬਦਲ ਦੇਣੀ ਹੈ। ਪਰਮਾਤਮਾ ਨੇ ਕਿਸਮਤ ਲਿਖਤੀ, ਅਸੀਂ ਆਪਣੇ ਯਤਨ ਨਾਲ ਉਸ ਨੂੰ ਨਹੀਂ ਬਦਲ ਸਕਦੇ। ਸਾਡੇ ਯਤਨ ਸਾਡੀ ਕਿਸਮਤ ਅਨੁਸਾਰ ਹੀ ਹੋਣਗੇ। ਸਾਡੀ ਕਿਸਮਤ ਬਾਣੀ ਅਤੇ ਪਰਮਾਤਮਾ ਦੇ ਨਾਮ ਬਦਲ ਸਕਦਾ ਹੈ। ਇਸ ਲਈ ਬਾਣੀ ਪੜ੍ਹੋ, ਨਾਮ ਜਪੋ, ਬੈਡ ਲੱਕ ਤੋਂ ਗੁੱਡ ਲੱਕ ਹੋ ਜਾਏਗੀ, ਗੁੱਡ ਤੋਂ ਬੈਟਰ ਹੋ ਜਾਏਗੀ, ਬੈਟਰ ਤੋਂ ਬੈਸਟ ਹੋ ਜਾਏਗੀ। ਤੁਹਾਨੂੰ ਆਪੇ ਹੀ ਕੁਝ ਸਾਲਾਂ 'ਚ ਪਤਾ ਲੱਗ ਜਾਏਗਾ ਕਿ ਅਸੀਂ ਪਹਿਲਾਂ ਕੀ ਸੀ ਅਤੇ ਹੁਣ ਕੀ ਹੋ ਗਏ ਹਾਂ, ਕਿਵੇਂ ਅਸੀਂ ਗਰੀਬ ਸੀ ਅਤੇ ਹੁਣ ਅਮੀਰ ਹੋ ਗਏ ਹਾਂ, ਕਿਵੇਂ ਸਾਡੇ ਘਰ 'ਚ ਸਾਈਕਲ ਵੀ ਨਹੀਂ ਸੀ ਅੱਜ ਕਾਰਾਂ ਹੋ ਗਈਆਂ ਹਨ। ਸਭ ਕੁਛ ਹੋ ਜਾਂਦਾ ਹੈ। ਗੁਰੂ ਮਹਾਰਾਜ ਕਿਰਪਾ ਕਰਨ। ਇੰਨੀ ਮਹਾਨ ਆਤਮਾ ਨੇ ਆਪਾਂ ਨੇ ਜੀਵਨ ਬਾਰੇ ਵਿਚਾਰ ਕੀਤੀ ਹੈ ਅਤੇ ਅੱਗੇ ਤੋਂ ਅਸੀਂ ਕੋਸ਼ਿਸ਼ ਕਰਨੀ ਹੈ ਵੱਧ ਤੋਂ ਵੱਧ ਭਜਨ ਬੰਦਗੀ ਕਰਕੇ ਆਪਣੇ ਜੀਵਨ ਨੂੰ ਲੇਖੇ ਲਾਇਆ ਜਾ ਸਕੇ। ਹੁਣ ਬਸ ਆਪਾਂ ਨੇ 2 ਮਿੰਟ ਸਿਮਰਨ ਕਰਨਾ, ਉਸ ਤੋਂ ਬਾਅਦ ਫਿਰ ਆਪਾਂ ਨੇ ਸਮਾਪਤੀ ਕਰ ਦੇਣੀ। ਸਾਵਧਾਨ ਹੋ ਜਾਓ, ਅੱਖਾਂ ਬੰਦ ਕਰ ਲਓ, ਹੱਥ ਜੋੜ ਲਓ, ਫਿਰ ਸਾਰਿਆਂ ਨੇ 2-3 ਮਿੰਟ ਆਪਾਂ ਨੇ ਸਿਮਰਨ ਕਰਨਾ। ਵਾਹਿਗੁਰੂ ਵਾਹਿਗੁਰੂ ਕਈ ਵਾਰੀ ਆਪਣਾ ਜਿਹੜਾ ਸਾਹ ਹੈ ਨਾ, ਐਂ ਲੱਗਦਾ ਮੂੰਹ 'ਚ ਅੱਗੇ ਪਹਿਲੀ ਛਾਤੀ 'ਤੇ ਪਹੁੰਚ ਗਿਆ ਹੈ। ਸਾਹ ਤਾਂ ਮੂੰਹ ਜਾਂ ਨਾਸਰ ਹੀ ਆਏਗਾ, ਪਰ ਖਿਆਲ ਹਮੇਸ਼ਾ ਧੁਨੀ ਵੱਲ ਨੂੰ ਰੱਖਣਾ ਵੀ ਵਾਹਿਗੁਰੂ ਐਂ ਜਾ ਰਿਹਾ ਹੈ। ਜੇ ਉਂਝ ਤੁਸੀਂ ਸਾਹ ਵੱਲ ਕਰੋ, ਮੂੰਹ ਹੀ ਅੰਦਰ ਆ ਰਿਹਾ, ਪਰ ਮੂੰਹ ਖੁੱਲ੍ਹਾ ਹੈ। ਖਿਆਲ ਰੱਖਣਾ ਹੇਠੋਂ ਸਾਹ ਉੱਪਰ ਨੂੰ ਜਾ ਰਿਹਾ ਹੈ। ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।